सत श्री अकाल, स्वागत है। गौरव शुक्ला मैं हाँ तुहाडे नाल हाज़र हाँ खबरां दा प्राइम टाइम लैके। ते प्राइम टाइम दे विच अज गल बेअदबियां दी, इन्हां मामलियां दी जो लगातार सामने आउंदे ने। खैर सरकार कोई भी होवे, पर खास तौर ते 2015 तो बाद शायद ही अजिहा कोई दिन निकलिया होवेगा कि बेअदबी दे मामलियां दा जिक्र ना होया होवे या किसी थां तो कोई घटना सामने ना आई होवे। कुछ मामलियां दे विच सज़ा भी हुई पर संगत संतुष्ट नहीं दिखी। ते इस विचाले 2015 वाले मामलिਆਂ 'ਚ इंसाफ ਦਾ ਹਜੇ ਵੀ इंतजार किया जा रहा है। पंजाब सरकार ਦੇ ਵੱਲੋਂ 2018 ਦੇ ਵਿੱਚ सख्त कानून ਦੇ ਲਈ 2 ਬਿੱਲ ਲਿਆਂਦੇ ਗਏ ਸੀ, ਉਹਨਾਂ 'ਚ ਅਮੈਂਡਮੈਂਟ ਕੀਤੀ ਗਈ ਸੀ। ਕੇਂਦਰ ਦੀ ਸਰਕਾਰ ਤੋਂ ਉਹਨਾਂ ਦੇ ਉੱਤੇ ਸਹੀ ਪਾਉਣ ਦੇ ਲਈ ਕਿਹਾ ਜਾ ਰਿਹਾ ਹੈ, ਜੋ ਅੱਧ ਵਿਚਾਲੇ ਮਾਮਲਾ ਲਟਕਦਾ ਨਜ਼ਰ ਆ ਰਿਹਾ ਹੈ। 2015 ਦੀ ਬੇਅਦਬੀ ਤੋਂ ਬਾਅਦ ਕਾਨੂੰਨ ਲਿਆਂਦੇ ਗਏ ਪੰਜਾਬ ਦੇ ਵਿੱਚ ਅਕਾਲੀ ਸਰਕਾਰ ਦੇ ਸਮੇਂ। ਉਸ ਤੋਂ ਬਾਅਦ ਉਹਨਾਂ ਦੇ ਵਿੱਚ ਅਮੈਂਡਮੈਂਟ ਕੀਤੀ ਗਈ ਕੈਪਟਨ ਸਰਕਾਰ ਦੇ ਸਮੇਂ 2018 ਦੇ ਵਿੱਚ। ਉਸ ਦੇ ਉੱਤੇ ਹੀ ਸਹੀ ਪਾਉਣ ਦੇ ਲਈ ਕਿਹਾ ਜਾ ਰਿਹਾ। ਅੱਜ ਚਰਚਾ ਇਸ ਕਰਕੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਇੱਕ ਚਿੱਠੀ ਲਿਖੀ ਗਈ ਹੈ। ਚਿੱਠੀ ਮੇਰੇ ਹੱਥ ਦੇ ਵਿੱਚ ਲੈਟਰ, ਜਿਸ ਦੇ ਵਿੱਚ ਸੀਐਮ ਜ਼ਿਕਰ ਕਰ ਰਹੇ ਨੇ ਕਿ ਬੇਅਦਬੀ ਦੇ ਮਾਮਲੇ ਰੋਕਣ ਦੇ ਲਈ ਜ਼ਰੂਰੀ ਹੈ ਕਿ ਜੋ 2018 ਚ ਅਮੈਂਡਮੈਂਟ ਕੀਤੀ ਗਈ ਸੀ ਕਾਨੂੰਨਾਂ ਦੇ ਵਿੱਚ, ਬਿੱਲਾਂ ਦੇ ਵਿੱਚ, ਉਹਨਾਂ ਨੂੰ ਪਾਸ ਕਰ ਦਿੱਤਾ ਜਾਵੇ। ਰਾਸ਼ਟਰਪਤੀ ਦੀ ਮੋਹਰ ਲੱਗਣੀ ਬਾਕੀ ਹੈ। ਤਾਂ ਅੱਜ ਚਰਚਾ ਕਿ ਸਖਤ ਕਾਨੂੰਨ ਹੀ ਜ਼ਰੂਰੀ ਹੈ ਕਿ ਕੋਈ ਹੋਰ ਬਦਲ ਸਾਡੇ ਕੋਲ ਬਾਕੀ ਨਹੀਂ ਹੈ, ਕਿ ਸਿਰਫ ਸਖਤ ਕਾਨੂੰਨ ਦੇ ਜ਼ਰੀਏ ਹੀ ਬੇਅਦਬੀਆਂ ਨੂੰ ਰੋਕਿਆ ਜਾ ਸਕਦਾ ਹੈ। ਬੇਅਦਬੀਆਂ ਨੂੰ ਵੱਖ-ਵੱਖ ਧਰਮਾਂ ਦੇ ਵਿੱਚ ਪ੍ਰਭਾਸ਼ਿਤ ਕਿਵੇਂ ਕੀਤਾ ਜਾਵੇਗਾ, ਕਿਉਂਕਿ ਜਦੋਂ ਬਹੁਤ ਸਖਤ ਕਾਨੂੰਨ ਬਣਦੇ ਨੇ ਤਾਂ ਉਹਨਾਂ ਨੂੰ ਲੈ ਕੇ ਖਦਸ਼ੇ ਰਹਿੰਦੇ ਨੇ ਕਿ ਇਸ ਕਾਨੂੰਨ ਦੀ ਦੁਰਵਰਤੋਂ ਹੋ ਸਕਦੀ ਹੈ, ਕਿਸੇ ਦੇ ਖਿਲਾਫ ਧੱਕਾਸ਼ਾਹੀ ਹੋ ਸਕਦੀ ਹੈ। ਇਸ ਕਰਕੇ ਬਹੁਤ ਸੰਜੀਦਾ ਮਾਮਲੇ ਹੁੰਦੇ ਨੇ ਜਦੋਂ ਕੋਈ ਧਾਰਮਿਕ ਜਾਂ ਧਰਮ ਦੇ ਨਾਲ ਮਾਮਲਾ ਜੁੜ ਜਾਵੇ, ਤਾਂ ਕਿ ਹਰ ਛੋਟੇ ਤੇ ਵੱਡੇ ਮਸਲੇ 'ਚ ਬੇਅਦਬੀ ਦੀ ਇੱਕੋ ਸਜ਼ਾ ਹੋਵੇਗੀ ਜਾਂ ਹੋ ਸਕਦੀ ਹੈ, ਤਾਉਮਰ ਕੈਦ। ਅੱਜ ਚਰਚਾ ਇਸ ਦੇ ਉੱਤੇ ਗੰਭੀਰ ਮੁੱਦਾ ਹੈ, ਸੰਵੇਦਨਸ਼ੀਲ ਮੁੱਦਾ ਹੈ। ਗੰਭੀਰਤਾ ਦੇ ਨਾਲ ਇਸ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਲੱਗੇਗੀ ਬੇਅਦਬੀਆਂ ਦੇ ਉੱਤੇ ਬ੍ਰੇਕ। ਸ਼ੁਰੂਆਤ ਇੱਕ ਰਿਪੋਰਟ ਦੇ ਨਾਲ। ਬੇਅਦਬੀ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਸਖਤ ਕਾਨੂੰਨ ਦੀ ਲੰਮੇ ਸਮੇਂ ਤੋਂ ਮੰਗ ਹੋ ਰਹੀ ਹੈ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖ ਕੇ ਬੇਅਦਬੀ ਨਾਲ ਜੁੜੇ 2 ਬਿੱਲਾਂ ਤੇ ਮਨਜ਼ੂਰੀ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਨੇ ਚਿੱਠੀ 'ਚ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਜੀਵਤ ਗੁਰੂ ਨੇ, ਇਸ ਲਈ ਬਿੱਲਾਂ 'ਚ ਪ੍ਰਸਤਾਵਿਤ ਸਜ਼ਾ ਜ਼ਿਆਦਾ ਨਹੀਂ ਹੈ ਅਤੇ ਬਾਰਡਰ ਸਟੇਟ ਹੋਣ ਕਾਰਨ ਪੰਜਾਬ 'ਚ ਭਾਈਚਾਰਕ ਸਾਂਝ ਬਣਾਏ ਰੱਖਣਾ ਬੇਹੱਦ ਅਹਿਮ ਹੈ ਤੇ ਭਾਈਚਾਰਕ ਸਾਂਝ ਖਰਾਬ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਰੋਕਣ ਲਈ ਸਖਤ ਸਜ਼ਾ ਬੇਹੱਦ ਜ਼ਰੂਰੀ ਹੈ। ਦਰਅਸਲ ਕੇਂਦਰੀ ਗ੍ਰਹਿ ਮੰਤਰਾਲੇ ਨੇ ਮੁੜ ਤੋਂ ਪੰਜਾਬ ਸਰਕਾਰ ਨੂੰ ਜਵਾਬ ਭੇਜਿਆ ਹੈ, ਜਿਸ 'ਚ ਬੇਅਦਬੀ ਲਈ ਉਮਰ ਕੈਦ ਦੀ ਸਜ਼ਾ ਨੂੰ ਜ਼ਿਆਦਾ ਦੱਸਿਆ ਗਿਆ ਅਤੇ ਇਸੇ ਤੋਂ ਬਾਅਦ ਮੁੱਖ ਮੰਤਰੀ ਨੇ ਮੁੜ ਤੋਂ ਚਿੱਠੀ ਲਿਖ ਕੇ ਬਿੱਲਾਂ ਨੂੰ ਮਨਜ਼ੂਰੀ ਦੇਣ ਦੀ ਮੰਗ ਕੀਤੀ ਹੈ। 2 ਬਿੱਲ ਜੋ 2018 ਤੋਂ ਰਾਸ਼ਟਰਪਤੀ ਕੋਲ ਪਏ ਨੇ, ਉਹਨਾਂ ਦਾ ਨਾਮ ਹੈ ਦੀ ਆਈਪੀਸੀ ਪੰਜਾਬ ਅਮੈਂਡਮੈਂਟ ਬਿੱਲ 2018 ਅਤੇ ਦਾ ਸੀਆਰਪੀਸੀ ਪੰਜਾਬ ਅਮੈਂਡਮੈਂਟ ਬਿੱਲ 2018 ਤੇ ਇਹ ਕੈਪਟਨ ਸਰਕਾਰ ਵੇਲੇ ਪਾਸ ਕੀਤੇ ਗਏ ਸੀ ਅਤੇ ਸੋਧ ਕਰਕੇ 295 ਏਏ ਦੇ ਤਹਿਤ ਗੁਰੂ ਗ੍ਰੰਥ ਸਾਹਿਬ, ਭਗਵਤ ਗੀਤਾ, ਕੁਰਾਨ ਅਤੇ ਬਾਈਬਲ ਦੀ ਬੇਅਦਬੀ ਲਈ ਉਮਰ ਕੈਦ ਦੀ ਸਜ਼ਾ ਦਾ ਪ੍ਰਸਤਾਵ ਰੱਖਿਆ ਗਿਆ ਸੀ। ਸੋਧ ਕਰਕੇ ਕਾਨੂੰਨ ਨੂੰ ਸਖਤ ਬਣਾਉਣ ਦੀ ਇਹ ਦੂਜੀ ਕੋਸ਼ਿਸ਼ ਸੀ। ਇਸ ਤੋਂ ਪਹਿਲਾਂ 2016 'ਚ ਬਾਦਲ ਸਰਕਾਰ ਵੇਲੇ ਵੀ ਇਹੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਸ ਵੇਲੇ ਕੇਂਦਰ ਨੇ ਬਿੱਲਾਂ ਨੂੰ ਇਸੇ ਕਰਕੇ ਨਾਮਨਜ਼ੂਰ ਕਰ ਦਿੱਤਾ ਸੀ ਕਿਉਂਕਿ ਬਿੱਲਾਂ 'ਚ ਸਿਰਫ ਇੱਕੋ ਧਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਕੀਤਾ ਗਿਆ ਸੀ। ਮੌਜੂਦਾ ਸਮੇਂ ਤੇ ਬੇਅਦਬੀ ਦੇ ਮੁਲਜ਼ਮਾਂ ਤੇ ਧਾਰਾ 295 ਏ ਦੇ ਤਹਿਤ ਪਰਚਾ ਦਰਜ ਕੀਤਾ ਜਾਂਦਾ ਹੈ, ਜਿਸ ਦੇ ਤਹਿਤ ਮੁਲਜ਼ਮ ਨੂੰ 3 ਸਾਲ ਦੀ ਸਜ਼ਾ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਨੇ। ਪਰ ਨਾ ਤਾਂ ਪੰਜਾਬ ਸਰਕਾਰ ਬਲਕਿ ਸਿੱਖ ਜਥੇਬੰਦੀਆਂ ਵੀ ਇਸ ਸਜ਼ਾ ਨੂੰ ਘੱਟ ਮੰਨ ਰਹੇ ਨੇ। ਮੁੱਖ ਮੰਤਰੀ ਵੱਲੋਂ ਲਿਖੀ ਇਹ ਦੂਜੀ ਚਿੱਠੀ ਹੈ। ਇਸ ਤੋਂ ਪਹਿਲਾਂ ਵੀ ਦਸੰਬਰ 2022 ਚ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖ ਕੇ ਕਾਨੂੰਨਾਂ ਨੂੰ ਮਨਜ਼ੂਰੀ ਦੇਣ ਦੀ ਗੁਜ਼ਾਰਿਸ਼ ਕੀਤੀ ਸੀ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਤਾਂ ਚਰਚਾ ਇਸ ਮੁੱਦੇ ਉੱਤੇ ਹੀ ਕਰਾਂਗੇ ਕਿ ਆਖਿਰ ਕਿਵੇਂ ਬ੍ਰੇਕ ਲੱਗ ਸਕਦੀ ਹੈ, ਕਿ ਸਖਤ ਕਾਨੂੰਨ ਇੱਕੋ ਇੱਕ ਬਦਲ ਸਾਡੇ ਕੋਲ ਬਾਕੀ ਹੈ ਕਿ ਇੰਨੇ ਸਖਤ ਕਾਨੂੰਨ ਹੋ ਜਾਣ, ਮਿਸਾਲੀ ਸਜ਼ਾ 2-4 ਮਾਮਲਿਆਂ ਦੇ ਵਿੱਚ ਮਿਲ ਜਾਵੇ, ਉਸ ਤੋਂ ਬਾਅਦ ਕਿਸੇ ਦੀ ਹਿੰਮਤ ਨਾ ਹੋਵੇ
ਕਿਸੇ ਵੀ ਧਾਰਮਿਕ ਗ੍ਰੰਥੀ ਕਿਸੇ ਵੀ ਧਰਮ ਦੇ ਵਿੱਚ ਜਾ ਕੇ ਬੇਅਦਬੀ ਕਰਨ ਦੀ। ਅੱਜ ਚਰਚਾ ਇਸ ਮੁੱਦੇ ਉੱਤੇ ਹੀ ਲੈਟਰ ਲਿਖੀ ਗਈ ਹੈ। ਹੁਣ ਸੈਂਟਰ ਦਾ ਰਿਸਪੌਂਸ ਕੀ ਹੁੰਦਾ ਹੈ, ਕੇਂਦਰ ਸਰਕਾਰ ਕੀ ਬੋਲਦੀ ਹੈ ਨਹੀਂ ਬੋਲਦੀ, ਜਾਂ ਉਸ ਦੇ ਵੱਲੋਂ ਕੀ ਕੁਝ ਕਿਹਾ ਜਾਂਦਾ ਉਸ ਦੇ ਉੱਤੇ ਨਜ਼ਰ ਰਹੇਗੀ। ਪਰ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੇ ਮਹਿਮਾਨਾਂ ਦੇ ਨਾਲ, ਤੁਹਾਡਾ ਤਾਰਫ ਕਰਵਾਉਂਦੇ ਹਾਂ, ਚਰਚਾ ਦੀ ਸ਼ੁਰੂਆਤ ਕਰਾਂਗੇ। ਨਾਲ ਮਲਵਿੰਦਰ ਸਿੰਘ ਕੰਗ ਜੀ ਜੁੜ ਰਹੇ ਨੇ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਕੰਗ ਸਾਹਿਬ ਬਹੁਤ ਬਹੁਤ ਸਵਾਗਤ ਹੈ। ਕੁਲਦੀਪ ਸਿੰਘ ਧਾਲੀਵਾਲ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ ਕਿਉਂਕਿ ਕੇਂਦਰ ਵਾਲੇ ਪਾਸੇ ਵੀ ਗੇਂਦ ਹੈ ਹੁਣ ਸੀਐਮ ਦੀ ਚਿੱਠੀ ਤੋਂ ਬਾਅਦ। ਬਹੁਤ ਬਹੁਤ ਸਵਾਗਤ ਹੈ ਧਾਲੀਵਾਲ ਸਾਹਿਬ ਤੁਹਾਡਾ ਵੀ। ਸਾਡੇ ਨਾਲ ਵਿਨੋਦ ਭਾਰਤੀ ਜੀ ਜੁੜ ਰਹੇ ਨੇ, ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ, ਤੇ ਕੁਝ ਹੀ ਪਲਾਂ ਸਾਡੇ ਨਾਲ ਹਰੀਸ਼ ਰਾਏ ਟਾਂਡਾ ਜੀ ਜੁੜਨਗੇ, ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਦੇ ਵੱਲੋਂ ਰਿਪਰੈਜ਼ੈਂਟ ਕੀਤਾ ਜਾਏਗਾ, ਥੋੜੀ ਦੇਰ ਦੇ ਵਿੱਚ ਜੁੜਨਗੇ। ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਹਾਂ ਮਲਵਿੰਦਰ ਸਿੰਘ ਕੰਗ ਜੀ ਤੋਂ। ਕੰਗ ਸਾਹਿਬ, ਪਹਿਲਾਂ ਤਾਂ ਚਿੱਠੀ ਅਸੀਂ ਦਰਸ਼ਕਾਂ ਤੱਕ ਆਪਣੀ ਰਿਪੋਰਟ ਦੇ ਜ਼ਰੀਏ ਵੀ ਪਹੁੰਚਾਈ ਹੈ, ਪਰ ਫਿਰ ਵੀ ਸਮਝਣਾ ਚਾਹਾਂਗੇ ਸੌਖੇ ਸ਼ਬਦਾਂ ਦੇ ਵਿੱਚ ਕਿ ਸਰਕਾਰ ਮੋਰਿੰਡਾ ਬੇਅਦਬੀ ਜਾਂ ਹੋਰ ਘਟਨਾਵਾਂ ਜਿਹੜੀਆਂ ਹੋਈਆਂ ਉਸ ਤੋਂ ਬਾਅਦ ਤੁਹਾਨੂੰ ਲੱਗ ਰਿਹਾ ਹੈ ਕਿ ਸਖਤ ਕਾਨੂੰਨ ਹੀ ਜ਼ਰੂਰੀ ਹੈ, ਅਜਿਹਾ ਕਾਨੂੰਨ ਹੋਵੇ ਕਿ ਤਾਂ ਉਮਰ ਸਜ਼ਾ ਜਾਂ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਕਿਸੇ ਸ਼ਖਸ ਨੂੰ ਜਿਸ ਦੇ ਉੱਤੇ ਬੇਅਦਬੀ ਦਾ ਇਲਜ਼ਾਮ ਲੱਗਦਾ ਹੈ ਜਾਂ ਜੋ ਬੇਅਦਬੀ ਕਰਨ ਵਾਲਾ ਹੈ, ਤੇ ਇਹੋ ਇੱਕ ਤਰੀਕਾ ਹੈ ਇਸ ਪੂਰੇ ਬੇਅਦਬੀ ਵਾਲੇ ਚੱਕਰ ਨੂੰ ਤੋੜਨ ਦਾ। ਦੇਖੋ ਗੌਰਵ ਜੀ, ਪਿਛਲੇ ਕੁਝ ਸਾਲਾਂ 'ਚ ਪੰਜਾਬ 'ਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਬਹੁਤ ਵਧੀਆਂ ਔਰ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਸਾਹਮਣੇ ਆਈਆਂ, ਕਈ ਤਰ੍ਹਾਂ ਦੇ ਲੋਕ ਸਾਹਮਣੇ ਆਏ ਆ, ਔਰ ਜਿਸ ਡੇਰਿੰਗ ਤਰੀਕੇ ਨਾਲ ਉਹਨਾਂ ਨੇ ਬੇਅਦਬੀਆਂ ਨੂੰ ਅੰਜਾਮ ਦਿੱਤਾ ਆ, ਔਰ ਰੀਸੈਂਟਲੀ ਚਾਹੇ ਉਹ ਮਰਿੰਡੇ ਦੀ ਹੋਵੇ, ਚਾਹੇ ਦਰਬਾਰ ਸਾਹਿਬ ਪਿਛਲੇ ਸਾਲ ਵੜਨ ਦੀ ਕੋਸ਼ਿਸ਼ ਕੀਤੀ ਕਿਸੇ ਨੇ, ਉਹਦੇ 'ਚ ਇਹ ਲੱਗਦਾ ਆ ਵੀ ਇਹ ਲੋਕਾਂ ਨੂੰ ਕੋਈ ਵੀ ਕਾਨੂੰਨ ਦਾ ਜਾਂ ਕੋਈ ਇਸੇ ਤਰ੍ਹਾਂ ਦਾ ਕੋਈ ਡਰ ਨਹੀਂ ਹੈ। ਔਰ ਮੈਨੂੰ ਲੱਗਦਾ ਹੈ ਵੀ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੱਲ ਆ ਜਾਂਦੀ ਆ ਤੇ ਉਹਨਾਂ ਨੂੰ ਤੇ ਜਾਗਤ ਜੋਤ ਸਰੂਪ ਦੇ ਤੌਰ ਤੇ ਸਿੱਖ ਜਗਤ ਮੰਨਦਾ ਹੈ, ਔਰ ਇਹ ਚੰਗੀ 2018 ਚ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਐਨਹਾਂਸਮੈਂਟ ਆਫ ਪਨਿਸ਼ਮੈਂਟ ਅਮੈਂਡਮੈਂਟ ਬਿੱਲ 2000 CRPC 2018 ਤੇ IPC 2018 ਅਮੈਂਡਮੈਂਟ ਬਿੱਲ ਭੇਜਿਆ ਹੈ ਜੀ, ਔਰ ਮੈਨੂੰ ਲੱਗਦਾ ਹਜੇ ਤੱਕ ਕੇਂਦਰ ਸਰਕਾਰ ਨੇ ਉਹਨੂੰ ਪ੍ਰਵਾਨਗੀ ਨਹੀਂ ਦਵਾਈ, ਪ੍ਰੈਜ਼ੀਡੈਂਟ ਨੋਟ ਲੱਗਣਾ ਹੈ। ਈਵਨ ਉਤੋਂ ਇਹ ਸਵਾਲ ਉਠਾਏ ਗਏ ਵੀ ਇਹ ਜ਼ਿਆਦਾ ਐਕਸੈਸ ਨਹੀਂ ਹੋ ਜਾਊਗੀ। ਜਦੋਂ ਭਾਰਤੀ ਜਨਤਾ ਪਾਰਟੀ ਇਸ ਤਰ੍ਹਾਂ ਦੇ ਸਵਾਲ ਖੜੇ ਕਰਦੀ ਆ ਵੀ ਐਕਸੈਸ ਤਾਂ ਨਹੀਂ, ਕੀ ਇਹ ਪਨਿਸ਼ਮੈਂਟ, ਤੇ ਉਤੋਂ ਕਈ ਤਰ੍ਹਾਂ ਦੇ ਸ਼ੰਕੇ ਵੀ ਜਿਹੜੇ ਪੈਦਾ ਹੁੰਦੇ ਆ ਲੋਕਾਂ 'ਚ। ਠੀਕ ਹੈ, ਔਰ ਇਸੇ ਕਰਕੇ ਪਿਛਲੇ 24 ਮਈ ਨੂੰ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਜੀ ਨੇ ਦੁਬਾਰਾ ਹੋਮ ਮਿਨਿਸਟਰ ਨੂੰ ਚਿੱਠੀ ਲਿਖੀ ਆ ਕਿ ਬੇਅਦਬੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹੋਵੇ, ਚਾਹੇ ਗੀਤਾ ਪਵਿੱਤਰ ਗੀਤਾ ਦੀ ਹੋਵੇ, ਚਾਹੇ ਕੁਰਾਨ ਸਾਹਿਬ ਦੀ ਹੋਵੇ, ਚਾਹੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਹੋਵੇ, ਸਾਰਿਆਂ ਨੂੰ ਲੈ ਕੇ ਇੱਕ ਸਖਤ ਕਾਨੂੰਨ, ਸਖਤ ਪਨਿਸ਼ਮੈਂਟ ਹੋਣੀ ਚਾਹੀਦੀ ਆ। ਸਮੇਂ ਦੀ ਵੀ ਜ਼ਰੂਰਤ ਹੈ, ਔਰ ਇਹ ਬਹੁਤ ਹੀ ਪੰਜਾਬ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਹੈ। ਸੋ ਮੈਨੂੰ ਲੱਗਦਾ ਹੈ ਵੀ ਇਹਦੇ ਤੇ ਸੈਂਟਰ ਸਰਕਾਰ ਨੂੰ ਜਲਦੀ ਸੋਚਣਾ ਚਾਹੀਦਾ। ਮੈਂ ਬਾਕੀ ਮਹਿਮਾਨਾਂ ਦਾ ਰੁਖ ਕਰਾਂ, ਪਰ ਮੈਂ ਸਮਝਣਾ ਚਾਹ ਰਿਹਾ, ਤੁਸੀਂ ਕਿਹਾ ਕਿ ਸ਼ੰਕੇ ਪੈਦਾ ਹੁੰਦੇ ਨੇ ਕਿ ਜੇ ਸੈਂਟਰ ਤੋਂ ਪ੍ਰੈਜ਼ੀਡੈਂਟ ਦੀ ਮੋਹਰ ਨਹੀਂ ਲੱਗ ਰਹੀ ਤਾਂ ਕਿਹੜੇ ਸ਼ੰਕੇ ਨੇ, ਸਮਝਾਓ ਥੋੜਾ ਜਿਹਾ ਲੋਕਾਂ ਨੂੰ। ਨਹੀਂ, ਸ਼ੰਕੇ ਇਹੀ ਹੈ ਵੀ ਕਿਆ ਭਾਜਪਾ ਪੰਜਾਬ 'ਚ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਫਿਕਰਮੰਦ ਨਹੀਂ ਹੈ, ਚਿੰਤਤ ਨਹੀਂ ਹੈ। ਠੀਕ ਹੈ, ਕਿ ਇਹ ਸੋਚਦੇ ਆ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਘਟੀ ਜਾਣ, ਇਹਨਾਂ ਵਾਸਤੇ ਕੋਈ ਮਾਇਨੇ ਨਹੀਂ ਰੱਖਦੀਆਂ, ਕਿਉਂਕਿ ਜ਼ਿਆਦਾਤਰ ਆਪਾਂ ਦੇਖਿਆ ਪੰਜਾਬ ਨੂੰ ਲੈ ਕੇ ਭਾਜਪਾ ਕੋਈ ਬਹੁਤ ਸੰਜੀਦਗੀ ਦਿਖਾਉਂਦੀ ਨਹੀਂ ਜੀ, ਹਮੇਸ਼ਾ ਪਿਛਲੇ ਕਈ ਸਾਲਾਂ ਤੋਂ ਆਪਾਂ ਦੇਖ ਰਹੇ ਹਾਂ। ਸੋ ਇਹ ਤੇ ਬਹੁਤ ਹੀ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਮੁੱਦਾ ਹੈ, ਇਮੋਸ਼ਨਲ ਇਸ਼ੂ, ਧਾਰਮਿਕ ਇਸ਼ੂ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਮਸਲਾ ਆ। ਮੈਨੂੰ ਲੱਗਦਾ ਹੈ ਵੀ ਇਹਦੇ ਤੇ ਪ੍ਰੋਐਕਟਿਵ ਹੋਣਾ ਚਾਹੀਦਾ ਸੀ ਸੈਂਟਰ ਸਰਕਾਰ ਨੂੰ। ਪ੍ਰੋਐਕਟਿਵ ਤੇ ਕੀ ਹੋਣਾ, ਇੱਕ ਤਰ੍ਹਾਂ ਦੇ ਸਵਾਲ ਅਗਰ ਉਹ ਖੜੇ ਕਰਦੇ ਆ ਵੀ ਐਨਹਾਂਸ ਪਨਿਸ਼ਮੈਂਟ ਨਾਲ ਇਹ ਜ਼ਿਆਦਾ ਪਨਿਸ਼ਮੈਂਟ, ਜ਼ਿਆਦਾ ਸਜ਼ਾ ਕਿਉਂ ਹੋਣੀ ਚਾਹੀਦੀ ਹੈ, ਕੀ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਾਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਨੂੰ ਬੇਅਦਬੀ ਨਹੀਂ ਸਮਝਦੇ। ਸੋ ਇਸ ਕਰਕੇ ਲੋਕਾਂ ਦੇ ਮਨਾਂ 'ਚ ਸ਼ੰਕੇ ਪੈਦਾ ਹੁੰਦੇ ਆ ਵੀ ਇਹਨਾਂ ਦਾ ਧਿਆਨ ਨਹੀਂਗਾ ਪੰਜਾਬ ਨੂੰ ਲੈ ਕੇ, ਪੰਜਾਬ ਦੀਆਂ ਘਟਨਾਵਾਂ ਨੂੰ ਲੈ ਕੇ ਜਿਹੜੀਆਂ ਪਿਛਲੇ ਦਿਨਾਂ 'ਚ ਬਹੁਤ ਮਾੜੀਆਂ ਘਟਨਾਵਾਂ ਹੋਈਆਂ। ਠੀਕ ਹੈ, ਮੈਂ ਕੁਲਦੀਪ ਧਾਲੀਵਾਲ ਜੀ ਦਾ ਰੁਖ ਕਰਦਾ। ਧਾਲੀਵਾਲ ਸਾਹਿਬ, ਬ੍ਰੇਕ ਕਿਉਂ ਹੈ? ਮੈਂ ਲੈਟਰ ਨੂੰ ਪੜ੍ਹ ਰਿਹਾ ਸੀ ਜਿਸ ਦੇ ਵਿੱਚ ਮੁੱਖ ਮੰਤਰੀ ਜ਼ਿਕਰ ਕਰਦੇ ਨੇ ਕਿ ਤੁਸੀਂ ਸਾਡੇ ਕੋਲ ਵਾਪਸ ਭੇਜਿਆ, ਜਿਸ ਦੇ ਵਿੱਚ ਜ਼ਿਕਰ ਕਰ ਦਿੱਤਾ ਕਿ ਜਿਹੜੀਆਂ ਸਜ਼ਾਵਾਂ ਦੀ ਤਜਵੀਜ਼ਾਂ ਤੁਸੀਂ ਰੱਖੀਆਂ ਨੇ ਉਹ ਐਕਸੈਸਿਵ ਹੋ ਸਕਦੀਆਂ ਨੇ, ਪਰ ਬਹੁਤ ਗੰਭੀਰ ਮਸਲਾ ਹੈ, ਤੁਹਾਨੂੰ ਵੀ ਪਤਾ ਇਸ ਚੀਜ਼ ਦਾ ਕਿ ਜਿਸ ਤਰੀਕੇ ਦਾ ਗੰਭੀਰ ਮਸਲਾ ਹੈ, ਫਿਰ ਇਸ ਦੇ ਬਾਵਜੂਦ ਇਸ ਪੂਰੇ ਮਾਮਲੇ ਤੇ ਫੈਸਲਾ ਲੈਣ ਦੇ ਵਿੱਚ ਕੇਂਦਰ ਸਰਕਾਰ ਦੇਰ ਕਿਉਂ ਕਰ ਰਹੀ ਹੈ? ਤੁਹਾਡੇ ਵਿਰੋਧੀਆਂ ਨੂੰ ਤਾਂ, ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਕਿ ਇਸ ਦੇ ਵੀ ਪਿੱਛੇ ਕਿਤੇ ਨਾ ਕਿਤੇ ਤੁਹਾਨੂੰ ਇਹ ਲੱਗਦਾ ਕਿ ਕੋਈ ਗੱਲ ਨਹੀਂ, ਪੰਜਾਬ ਦੇ ਵਿੱਚ ਜੋ ਹੁੰਦਾ ਹੋਈ ਜਾਵੇ, ਸ਼ੰਕੇ ਉਹਨਾਂ ਨੂੰ। ਦੇਖੋ ਗੌਰਵ ਜੀ, ਕੰਗ ਸਾਹਿਬ ਬਹੁਤ ਸੀਨੀਅਰ ਬੁਲਾਰੇ ਹੈ,
ਔਰ ਇਹ ਇਸ ਤਰ੍ਹਾਂ ਦੀ ਗੱਲ ਕਰਦੇ ਆ, ਮੈਨੂੰ ਬੜੀ ਹੈਰਾਨੀ ਹੁੰਦੀ ਹੈ ਜਦੋਂ ਕਹਿੰਦੇ ਆ ਕਿ ਪਿਛਲੇ ਕਈ ਸਾਲਾਂ ਤੋਂ ਬੀਜੇਪੀ ਜਿਹੜੀ ਹੈ ਪੰਜਾਬ ਨੂੰ ਲੈ ਕੇ ਗੰਭੀਰ ਨਹੀਂ ਹੈ। ਮਤਲਬ ਇਸ ਤਰ੍ਹਾਂ ਦੀ ਜਿਹੜੀ ਸ਼ਬਦਾਵਲੀ ਹੈ ਉਹ ਅੱਛੀ ਨਹੀਂ ਹੈਗੀ, ਕਿਉਂਕਿ ਖੁਦ ਬੀਜੇਪੀ ਚੋਂ ਆਏ ਆ। ਜਿਸ ਵੇਲੇ ਜੇ ਪਿਛਲੇ ਸਾਲਾਂ ਦੀ ਗੰਭੀਰ ਨਹੀਂ ਸੀ, ਤੁਸੀਂ ਉਸ ਵੇਲੇ ਬੀਜੇਪੀ 'ਚ ਸੀ। ਔਰ ਜਿਹੜੀ ਅੱਜ ਦੀ ਗੱਲ ਹੈ, ਇਹ ਮਸਲਾ ਜਿਹੜਾ ਤੁਸੀਂ ਕਿਹਾ, ਕੇਂਦਰ ਨੇ ਜਦੋਂ ਕਾਨੂੰਨ ਕੋਈ ਬਣਨਾ ਫਾਈਨਲਾਈਜ਼ ਕਰਨਾ ਤਾਂ ਉਹ ਇੱਕ ਆਫੀਸ਼ੀਅਲ ਉਹਨਾਂ ਦੀ ਆਪਸ ਵਿੱਚ ਡਿਪਲੋਮੈਸੀ ਹੈ ਜਿਹੜੀ ਚੱਲਦੀ ਹੈ। ਉਹਦੇ ਵਿੱਚ ਕੇਂਦਰ ਸਰਕਾਰ ਦਾ ਗੰਭੀਰ ਨਾ ਹੋਣਾ, ਸਵਾਲ ਖੜੇ ਕਰ ਦੇਣਾ, ਆਮ ਆਦਮੀ ਪਾਰਟੀ ਹਰ ਵੇਲੇ ਸਿਆਸਤ ਕਰਦੀ ਹੈ, ਇਸ ਗੱਲ ਤੇ ਵੀ ਸਿਆਸਤ ਕਰ ਰਹੀ ਹੈ। ਹੁਣ ਕੋਈ ਵੀ ਪਨਿਸ਼ਮੈਂਟ, ਪਹਿਲਾਂ ਤਾਂ ਜਿਹੜੀ ਗੱਲ ਸੀ ਉਹ ਇਹ ਗੱਲ ਸੀ ਕਿ ਭਾਈ ਸਾਰਿਆਂ ਤੇ ਲਾਗੂ ਹੋਊ, ਕਿ ਇਕੱਲੇ ਸਿੱਖ ਧਰਮ ਦੀ ਲਾਗੂ ਹੋਊ ਤਾਂ ਉਹ ਸਾਰਿਆਂ ਤੇ ਲਾਗੂ ਹੋਊ। ਆਪਾਂ ਉਹ ਕਰਕੇ ਭੇਜਦਾ, ਓਕੇ ਆ। ਫਿਰ ਉਹ ਪਨਿਸ਼ਮੈਂਟ ਜਿਹੜੀ ਹੈਗੀ ਆ, ਆਪਾਂ ਸਾਰੇ ਪੰਜਾਬੀ ਜਾਣਦੇ ਆ, ਅਸੀਂ ਇਸ ਦੌਰ ਦੇ ਵਿੱਚੋਂ ਲੰਘੇ ਆ, ਠੀਕ ਹੈ। ਉਹ ਕੇਂਦਰ ਨੇ ਉਸ ਗੱਲ ਨੂੰ ਸਵਾਲ ਜੇ ਉਹਨਾਂ ਨੂੰ ਕੀਤਾ ਹੈ ਤਾਂ ਉਹਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ, ਉਹ ਤੇ ਡਿਪਲੋਮੇਸੀ ਨੂੰ ਜਵਾਬ ਦੇਣਾ ਚਾਹੀਦਾ। ਨਹੀਂ, ਪਰ ਟਾਈਮ ਬਹੁਤ ਨਿਕਲ ਰਿਹਾ ਨਾ ਸਰ। 2018 ਦੇ ਵਿੱਚ ਅਮੈਂਡਮੈਂਟ ਪਾਸ ਹੋਈ ਸੀ ਕੈਪਟਨ ਸਰਕਾਰ ਦੇ ਸਮੇਂ, 2018 ਤੋਂ ਲੈ ਕੇ 23 ਚੱਲ ਰਿਹਾ ਹੈ, 5 ਸਾਲ ਸਿੱਧੇ ਹੋ ਗਏ। ਨਹੀਂ ਦੇਖੋ, ਜਿਹੜਾ ਜੋ ਪ੍ਰੋਸੈਸ ਹੈਗਾ ਉਹ ਤਾਂ ਕੋਈ ਵੀ ਲਾਅ ਬਣਦਾ ਤਾਂ ਉਹ ਲਾਅ ਇੱਕ ਪ੍ਰੋਸੈਸ ਦੇ ਨਾਲ ਬਣਦਾ। ਉਹਨੂੰ ਆਪਾਂ ਜੇ ਅੱਜ ਕੋਈ ਕਾਹਲੀ ਦੇ ਵਿੱਚ ਕੋਈ ਕਾਨੂੰਨ ਪਾਸ ਹੋ ਜਾਵੇ, ਕੱਲ ਨੂੰ ਉਹਦੇ ਕੋਈ ਬੁਰੇ ਨਤੀਜੇ ਸਾਡੇ ਸਾਹਮਣੇ ਆ ਜਾਣ, ਔਰ ਆਪਾਂ ਇਹ ਦੇਖਿਆ ਕਿ ਲੋਕ ਖੜੇ ਕਰਕੇ ਮੁੱਦੇ ਜਿਹੜੇ ਹੈਗੇ ਉਹਨਾਂ ਤੇ ਸਿਆਸਤ ਕਰਦੇ ਆ। ਸਾਡੇ ਦੇਸ਼ ਦੇ ਵਿੱਚ ਏਦਾਂ ਬਹੁਤ ਕੁਝ ਹੁੰਦਾ, ਖਾਸ ਤੌਰ ਤੇ ਧਰਮ ਦੇ ਮਾਮਲੇ ਦੇ ਵਿੱਚ, ਤਾਂ ਉੱਥੇ ਬਹੁਤ ਗੰਭੀਰਤਾ ਨਾਲ ਜਿਹੜਾ ਉਹ ਵਿਚਾਰ ਸੀਰੀਅਸਲੀ ਲੈਣਾ ਚਾਹੀਦਾ। ਔਰ ਕੇਂਦਰ ਸਰਕਾਰ ਬਹੁਤ ਸੀਰੀਅਸ ਨੋਟ ਤੇ ਹੈ ਪੰਜਾਬ ਦੀ। ਠੀਕ ਹੈ ਧਾਲੀਵਾਲ ਸਾਹਿਬ, ਤੁਹਾਡਾ ਪੁਆਇੰਟ ਠੀਕ ਹੈ, ਪਰ ਦੇਖੋ ਜਿੰਨਾ ਟਾਈਮ ਲੱਗ ਰਿਹਾ ਨਾ, ਜਿਹੜੇ ਲੋਕ ਇਸ ਸਮੇਂ ਤੁਹਾਨੂੰ, ਮੈਨੂੰ, ਸਾਰਿਆਂ ਨੂੰ, ਆਪਾਂ ਨੂੰ ਸੁਣ ਰਹੇ ਨੇ, ਉਹਨਾਂ ਦੇ ਦਿਮਾਗ ਦੇ ਵਿੱਚ ਇਹੀ ਗੱਲ ਆ ਰਹੀ ਹੋਏਗੀ, ਦਿਲ ਦੇ ਵਿੱਚ, ਪ੍ਰੋਸੈਸ ਕਿੰਨਾ ਲੰਬਾ ਹੁੰਦਾ ਹੈ। ਬਹੁਤ ਸਾਰੇ ਆਪਾਂ ਕਾਨੂੰਨ ਬਣਦੇ ਦੇਖੇ ਨੇ, ਲੋਕ ਸਭਾ 'ਚ ਲੈ ਕੇ ਆਈ ਬੀਜੇਪੀ ਜਾਂ ਕੋਈ ਵੀ ਸੈਂਟਰ 'ਚ ਸਰਕਾਰ ਹੋਈ, ਲੋਕ ਸਭਾ 'ਚ ਲੈ ਕੇ ਆਏ, ਅਗਲੇ ਸੈਸ਼ਨ 'ਚ ਜਾਂ ਸੇਮ ਸੈਸ਼ਨ 'ਚ ਰਾਜ ਸਭਾ 'ਚ ਲੈ ਕੇ ਆਏ, ਤੇ ਫਿਰ ਉਸ ਤੋਂ ਬਾਅਦ 15 ਦਿਨ ਬਾਅਦ ਖਬਰ ਆਉਂਦੀ ਹੈ ਕਿ ਜੀ ਰਾਸ਼ਟਰਪਤੀ ਨੇ ਮੋਹਰ ਲਗਾ ਦਿੱਤੀ। ਇਹ ਹੁੰਦਾ ਰਿਹਾ ਡੈਫੀਨੇਟਲੀ। ਹਾਂ, ਮੈਂ ਕਿੰਨਾ ਪ੍ਰੋਸੈਸ ਹੁੰਦਾ ਸਰ? 2 ਮਹੀਨੇ 4 ਮਹੀਨੇ ਦਾ? ਇੱਥੇ 5 ਸਾਲ ਹੋ ਚੁੱਕੇ ਨੇ। ਨਹੀਂ, ਮੈਂ ਡੈਫੀਨੇਟਲੀ ਜੇ ਕੋਈ ਕਾਨੂੰਨ ਲੋਕ ਸਭਾ ਜਾਂ ਰਾਜ ਸਭਾ ਲੈ ਕੇ ਆਉਂਦੀ ਹੈ, ਉਹਦੇ ਤੇ ਕੋਈ ਸ਼ੰਕਾ ਸ਼ੁਬਾ ਰਹਿ ਨਹੀਂ ਜਾਂਦਾ, ਕਿਉਂਕਿ ਉੱਥੇ ਬਹਿਸ ਹੋ ਚੁੱਕੀ ਹੁੰਦੀ ਹੈ। ਜਦੋਂ ਇੱਕ ਵਿਧਾਨ ਸਭਾ ਕਾਨੂੰਨ ਬਣਾ ਕੇ ਭੇਜਦੀ ਹੈ, ਉਹਦੇ ਉੱਤੇ ਮੈਂਬਰ ਪਾਰਲੀਮੈਂਟ ਦਾ, ਦੂਜਿਆਂ ਦਾ, ਸਾਰਿਆਂ ਦੀ ਕੀ ਰਾਏ ਹੈ, ਰਾਸ਼ਟਰਪਤੀ ਦੀ ਕੀ ਰਾਏ, ਉਹ ਥੋੜਾ ਉਹਦੇ ਤੇ ਵਕਤ ਤਾਂ ਲੱਗਦਾ ਹੀ ਹੈ। ਠੀਕ ਹੈ। ਔਰ ਉਹ ਵੀ ਖਾਸ ਤੌਰ ਤੇ ਜਦੋਂ ਇੰਨਾ ਗੰਭੀਰ ਮੁੱਦਾ ਹੋਵੇ ਜਿਹਦੇ ਤੇ ਕੱਲ ਨੂੰ ਦੁਬਾਰਾ ਮਤਲਬ ਕਿ ਬਹੁਤ ਉਹਦੇ ਸਿੱਟੇ ਨਿਕਲ ਸਕਦੇ ਹੋਣ, ਤਾਂ ਉਹਦੇ ਤੇ ਡਿਪਲੋਮੇਸੀ ਚੱਲ ਰਹੀ ਹੈ, ਉਹਦੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਔਰ ਇਹਨੂੰ ਜੇ ਸਿਆਸਤ ਦੇ ਹਿਸਾਬ ਨਾਲ ਆਪਾਂ ਦੇਖੀਏ ਕਿ ਜੀ ਇਹਦਾ ਭਾਜਪਾ ਗੰਭੀਰ ਨਹੀਂ, ਉਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਮਸਲਾ, ਪਾਰਟੀ ਇਹਦੇ ਚ ਕੰਸਰ ਕਿੱਧਰੋਂ ਆ ਗਈ? ਪਾਰਟੀਆਂ ਨੇ ਆਪਦੇ ਕੰਮ ਕਰਨੇ ਆ, ਸਟ੍ਰੈਂਥਨ ਕਰਨਾ, ਔਰ ਉਹ ਕਾਨੂੰਨ ਜਿਹੜਾ ਹੈਗਾ ਉਹਦੇ ਹਿਸਾਬ ਨਾਲ ਬਣਨਾ। ਕੰਗ ਸਾਹਿਬ ਕੁਝ ਕਹਿਣਾ ਚਾਹ ਰਹੇ? ਵਿਨੋਦ ਭਾਰਤੀ, ਥੋੜਾ ਜਿਹਾ ਵੇਟ ਕਰਿਓ ਸਰ, 20 ਸੈਕਿੰਡਸ ਮੋਰ। ਕੰਗ ਸਾਹਿਬ ਰਿਐਕਟ ਕਰ ਦਿਓ। ਦੇਖੋ, ਪਹਿਲੀ ਗੱਲ ਤੇ ਇਹ ਆ ਵੀ ਇਹ ਕਹਿੰਦੇ ਵੀ ਕੰਗ ਸਾਹਿਬ ਭਾਜਪਾ ਚ ਰਹੇ, ਤੇ ਭਾਜਪਾ ਕੰਗ ਸਾਹਿਬ ਨੇ ਤਾਂ ਹੀ ਛੱਡੀ ਸੀ ਵੀ ਭਾਜਪਾ ਪੰਜਾਬ ਨੂੰ ਲੈ ਕੇ ਸੀਰੀਅਸ ਨਹੀਂ ਸੀ। ਤਾਂ ਹੀ ਤੇ ਕਿਸਾਨੀ ਬਿੱਲ ਤੁਸੀਂ ਲੈ ਕੇ ਆਏ, ਜਦੋਂ ਕਾਲੇ ਬਿੱਲ ਤੁਹਾਡੀ ਸਰਕਾਰ, ਤੇ ਮੈਂ ਭਾਜਪਾ ਨੂੰ ਲੱਤ ਮਾਰ ਕੇ ਆਇਆ, ਤੇ ਬਿਲਕੁਲ ਸਪਸ਼ਟ ਹੈ, ਪੰਜਾਬ ਨਾਲ ਖੜੇ ਆ। ਦੂਜੀ ਗੱਲ, ਤੁਸੀਂ ਰਾਜਨੀਤੀ ਕਿਉਂ ਨਹੀਂ ਹੋਣੀ ਚਾਹੀਦੀ? ਰਾਜਨੀਤੀ ਤੇ ਸਿਸਟਮ ਚਲਾ ਰਹੀ ਆ। ਰਾਜਨੀਤੀ ਬੀਜੇਪੀ ਕਰੀ ਜਾਵੇ ਪਾਰਲੀਮੈਂਟ ਦੀ ਬਿਲਡਿੰਗ ਤੇ ਵੀ, ਤੇ ਪਾਰਲੀਮੈਂਟ ਨੂੰ ਲੈ ਕੇ ਵੀ ਆਦਿਵਾਸੀ ਮਹਿਲਾ ਨੂੰ ਦਰਕਨਾਰ ਕਰਤਾ ਰਾਸ਼ਟਰਪਤੀ ਹੋਣ ਦੇ ਬਾਵਜੂਦ ਵੀ, ਤੇ ਸਾਰੀ ਰਾਜਨੀਤੀ ਤੁਸੀਂ ਕਰੋ ਪ੍ਰਧਾਨ ਮੰਤਰੀ ਦੀ ਫੋਟੋ ਵਿਖਾਉਣ ਵਾਸਤੇ। ਤੇ ਪੰਜਾਬ 'ਚ ਇੰਨੀਆਂ ਮਾੜੀਆਂ ਘਟਨਾਵਾਂ ਘਟ ਰਹੀਆਂ, ਲਗਾਤਾਰ ਘਟ ਰਹੀਆਂ, ਲੋਕਾਂ 'ਚ ਇੰਨਾ ਰੋਸ ਹੈ। 3 ਮੁੱਖ ਮੰਤਰੀ ਆਪਣੀਆਂ ਸੀਟਾਂ ਗਵਾ ਚੁੱਕੇ, 3 ਮੁੱਖ ਮੰਤਰੀ ਆਪਣੀ ਮੁੱਖ ਮੰਤਰੀਸ਼ਿਪ ਚਲੇਗੀ, ਤੇ ਫਿਰ ਇਹਨਾਂ ਵਾਸਤੇ ਭਾਜਪਾ ਇਹਦਾ ਮਤਲਬ। ਚਲੋ ਮੈਂ ਅੱਗੇ ਵਧਾਂ। ਧਾਲੀਵਾਲ ਸਾਹਿਬ ਕੋਈ ਰਿਐਕਸ਼ਨ ਦੇ ਦਿਓ। ਵਿਨੋਦ ਭਾਰਤੀ ਜੀ ਬਹੁਤ ਦੇਰ ਦੀ ਇੰਤਜ਼ਾਰ ਕਰ ਰਹੇ ਨੇ। ਧਾਲੀਵਾਲ ਸਾਹਿਬ, ਮੈਂ ਇਹ ਵੀ ਗੱਲ ਦਾ ਕੰਗ ਸਾਹਿਬ ਨੂੰ ਹੁਣੇ ਜਵਾਬ ਦੇ ਦਿੰਦਾ। ਜਿਹੜਾ ਰਾਜਨੀਤੀ ਆਮ ਆਦਮੀ ਪਾਰਟੀ ਕਰ ਰਹੀ ਹੈ, ਬਾਈਕਾਟ ਨੀਤੀ ਯੋਗ ਦਾ ਕਰਕੇ ਪੰਜਾਬ ਦੀ ਪਿੱਠ 'ਚ ਛੁਰਾ ਮਾਰਿਆ ਆਮ ਆਦਮੀ ਪਾਰਟੀ ਨੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ। ਠੀਕ ਹੈ। ਸਾਰੇ ਜਿਹੜੇ ਪੰਜਾਬ ਦੇ ਹਿੱਤਾਂ ਨੂੰ ਤਲਾਂਜਲੀ ਦਿੱਤੀ ਆ, ਔਰ ਕਿਸ ਮੂੰਹ ਨਾਲ ਅੱਜ ਤੁਸੀਂ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਆ, ਜਦੋਂ ਤੁਸੀਂ ਨੀਤੀ ਮੁੱਦੇ ਤੇ ਰਹੀਏ ਨਾ ਸਰ, ਆਪਾਂ ਮੁੱਦੇ ਦੇ ਉੱਤੇ ਰਹੀਏ। ਮੈਂ ਤਾਂ ਸਿੱਧਾ ਸਵਾਲ ਪੁੱਛ ਰਿਹਾ ਕਿ ਪੰਜਾਬ ਦਾ ਬਹੁਤ ਵੱਡਾ ਮੁੱਦਾ, ਆਪਾਂ ਸਾਰੇ ਸਮਝਦੇ ਇਸ ਗੱਲ ਨੂੰ ਕਿ ਬੇਅਦਬੀ ਬਹੁਤ ਵੱਡਾ ਮੁੱਦਾ ਹੈ, ਫਿਰ ਇਸ ਦੇ ਉੱਤੇ ਜੇ ਕਾਨੂੰਨ ਨਹੀਂ ਬਣ ਰਿਹਾ ਤਾਂ ਫਿਰ ਸੰਗਤ ਤਾਂ ਪੁੱਛੇਗੀ ਕਿ ਬਾਕੀ ਕਾਨੂੰਨ ਦੀ ਲੋੜ ਹੈ ਵੀ ਹੈ ਕਿ ਨਹੀਂ ਹੈ। ਧਾਲੀਵਾਲ ਸਾਹਿਬ ਥੋੜੀ ਵੇਟ ਕਰਿਓ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਬਹੁਤ ਸਾਰੇ ਸਵਾਲ ਅੱਜ ਤੁਹਾਡੇ ਤੋਂ ਜ਼ਰੂਰੀ ਨੇ ਪੁੱਛਣੇ, ਪਰ ਇੱਕ ਵਾਰ ਪਹਿਲਾਂ ਕਾਂਗਰਸ ਦੇ ਨੁਮਾਇੰਦੇ ਸਾਡੇ ਨਾਲ ਨੇ, ਵਿਨੋਦ ਭਾਰਤੀ ਜੀ, ਉਹਨਾਂ ਦਾ ਰੁਖ ਕਰਨਾ। ਸਰ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੋਂ ਨਿਊਜ਼ 18 ਪੰਜਾਬ ਦੇ ਉੱਤੇ ਤੁਹਾਡਾ। ਵਿਨੋਦ ਭਾਰਤੀ ਜੀ, ਕਾਂਗਰਸ ਇਸ ਨੂੰ ਕਿਵੇਂ ਦੇਖਦੀ ਹੈ? 2018 ਚ ਜਦੋਂ ਇਹ ਅਮੈਂਡਮੈਂਟ ਪਾਸ ਕੀਤੀ ਗਈ, ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਸੀ ਪੰਜਾਬ ਦੇ ਕਾਂਗਰਸ ਦੇ। ਕਰੀਬ 5 ਸਾਲ ਹੋ ਚੁੱਕੇ ਨੇ, ਗੱਲ ਸਿਰੇ ਚੜੀ ਨਹੀਂ। 5 ਸਾਲ ਹੋ ਚੁੱਕੇ ਨੇ,
ਬੇਅਦਬੀਆਂ ਦੇ ਉੱਤੇ ਸਖਤ ਕਾਨੂੰਨ ਬਣਿਆ ਨਹੀਂ। 5 ਸਾਲ ਹੋ ਚੁੱਕੇ ਨੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਰਾਸ਼ਟਰਪਤੀ ਦੀ ਮੋਹਰ ਲੱਗੀ ਨਹੀਂ, ਔਰ 5 ਸਾਲ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਹੋ ਚੁੱਕੀਆਂ ਨੇ। ਦਰਬਾਰ ਸਾਹਿਬ ਦੇ ਅੰਦਰ ਘਟਨਾ ਹੋਈ ਹੈ, ਮਰਿੰਡੇ ਵਾਲਾ ਘਟਨਾਕ੍ਰਮ ਹੋਇਆ ਹੈ, ਔਰ ਬਹੁਤ ਅਣਗਿਣਤ ਘਟਨਾਵਾਂ ਨੇ ਜਿਹੜੀਆਂ ਹੋਈਆਂ ਨੇ। विनोद भारती। गौरव जी बड़ा सेंसिटिव मसला है और इस बॉर्डर स्टेट ਲਈ केंद्र सरकार ਨੂੰ स्पेशल इंटेंशन देनी चाहिए है ਜਿਹੜੀ मिली नहीं। जब 2018 ਚ कांग्रेस सरकार ने यह मता पा के भेजा ਤਾਂ सरकार ਨੂੰ इमीडिएटली पंजाब ਦੀ रूह ਨੂੰ ਪਛਾਣਦੇ ਹੋਏ, क्योंकि पंजाब एक सेंसिटिव स्टेट है, बॉर्डर स्टेट है और इत्थे एक छोटी जी चिंगारी भी बड़ी वड्डी अग दा रूप धारण कर सकती है। पर पंजाब दे लोगां दी सियाणप है, पंजाब दे लोगां दा जिहड़ा नूंह मास दा रिश्ता है उस नूं उन्हां ने नेपरे चढ़ाया और कदी भी शरारतियां अपना शरारत करके माहौल खराब करन दा मौका नहीं दिता। सो लेकिन जिहड़ी गल कंग साहब ने कही कि केंद्र सरकार संजीदा नहीं जी, धालीवाल जी ने उन्हें जवाब दिता कि जी वो प्रोसैस च है, उन्होंने टाइम लगेगा। तुसी बड़ी वधिया गल कही कि भी एक महीना 2 महीने 1 साल 2 साल 3 साल कितना टाइम लाना सेंटर ने। जेकर सेंटर संजीदा हुंदा तां हुण तक ये हो गया हुंदा। सुप्रीम कोर्ट ने एक ऑर्डर कत्ता सेंटर सरकार नूं कि दिल्ली दी सरकार जो है वो लोकां दी चुनी हुई सरकार है और वो जो भी स्टेप है उठाएगी, एलजीओ दे च दखलअंदाजी नहीं करनगे। ओनू कितना टाइम लग्या, इन्हां ने अध्यादेश जारी करता, नोट अपना ऑर्डिनेंस जारी करता कि भी एलजी की करेगा, ओनू कितना टाइम लग्या क्योंकि उत्थे इन्हां नूं आप नूं सेक लग्या सी जी। पंजाब दे हालात नाल केंद्र सरकार ਜਿਹੜੀ ਹੈ ਉਹ ਪਿਆਰ ਨਹੀਂ ਕਰਦੀ ਕਿਉਂਕਿ ਇੱਥੇ ਬੀਜੇਪੀ ਦੇ ਪੈਰ ਨਹੀਂ ਲੱਗ ਰਹੇ। ਇਹਨਾਂ ਨੂੰ ਇਹ ਤਕਲੀਫ ਹੈ। ਦੂਜੀ ਤਕਲੀਫ ਜਿਹੜੀ ਹੈ, ਜਿਹੜਾ ਨੀਤੀ ਆਯੋਗ ਵਿੱਚ ਹੁਣ ਇਹਨਾਂ ਨੇ ਬਾਈਕਾਟ ਕੀਤਾ, ਇਸ ਤੋਂ ਪਹਿਲਾਂ ਕਿਉਂਕਿ ਸ਼ੁਰੂ ਤੋਂ ਹੀ ਜਿਹੜੀ ਆਮ ਆਦਮੀ ਪਾਰਟੀ ਹੈ ਉਹਨਾਂ ਦਾ ਸੈਂਟਰ ਸਰਕਾਰ ਨਾਲ ਕੋਆਰਡੀਨੇਟ ਰਿਲੇਸ਼ਨ ਨਹੀਂ ਬਣ ਪਾਏ, ਜਿਹਦੇ ਕਾਰਨ ਉਹਨਾਂ ਨੇ ਜਿੱਥੇ ਜਿੱਥੇ ਵੀ नॉन बीजेपी गवर्नमेंट्स हैगियां ने उत्थे उत्थे उन्होंने इन्हां वल गौर नहीं किया, जिहदा खमियाजा पंजाब नूं ते पंजाबियां नूं भुगतना पैंदा है। ठीक है। एसजीपीसी के प्रधान साहब ने बड़ी मतलब भरे हुए मन मैं विनोद भारती तुहाडे थोड़ा जिहा मैं होर एलैबोरेट करां इसनूं। तुसीं ये कह रहे हो कि जल्द फैसला होना चाहिए? बिल्कुल, क्योंकि कांग्रेस पार्टी तो शुरू तो इस गल की मुद्दाई है कि सख्त इन्हां दे खिलाफ एक्शन होना चाहिए। जिहड़े लोग बेअदबी लई जिम्मेवार ने और बकायदा मैं तो यह महसूस करदा कि इहदे लई कोई ना कोई सिट बिठानी चाहिए है। जदों भी बेअदबी हुंदी है अगले दिन यह सुनीदा कि बंदा मैंटली अपसेट सीगा, आइदर दे आर मैंटली अपसेट और नॉट। इट मस्ट बी कन्फर्म्ड फ्रॉम द मेडिकल टीम और एक्सपर्ट्स टीम। ਤਾਂ ਇਹ ਜਿਹੜੀ ਇਹ ਹਰ ਵਾਰ ਇਹ ਕਿਉਂ ਐਸਾ ਹੁੰਦਾ ਹੈ? ਨਹੀਂ ਠੀਕ ਹੈ, ਤੁਹਾਡਾ ਵੈਲਿਡ ਪੁਆਇੰਟ ਹੈ। ਇਨਫੈਕਟ ਲੋਕ ਵੀ ਇਹੀ ਮੁੱਦਾ ਚੁੱਕਦੇ ਨੇ ਕਿ ਜਦੋਂ ਕਿਸੇ ਨੂੰ ਫੜ ਲਓ ਤਾਂ ਕਹਿੰਦੇ ਨੇ ਜੀ ਇਹ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਹੈ, ਤੇ ਸਾਰੇ ਦਿਮਾਗੀ ਤੌਰ ਤੇ ਪਰੇਸ਼ਾਨ ਲੋਕਾਂ ਨੂੰ ਜਿਹੜੇ ਧਾਰਮਿਕ ਸਥਾਨ ਹੀ ਦਿਖਦੇ ਨੇ ਕਿ ਉਹ ਧਾਰਮਿਕ ਸਥਾਨ ਵਾਲੇ ਪਾਸੇ ਚਲੇ ਜਾਂਦੇ ਨੇ। ਬਹੁਤ ਗੰਭੀਰ ਮੁੱਦਾ ਲਾਜ਼ਮੀ ਤੌਰ ਦੇ ਉੱਤੇ ਹੋ ਜਾਂਦਾ ਹੈ। ਇਸ ਵਿਚਾਲੇ ਹਰੀਸ਼ ਰਾਏ ਟਾਂਡਾ ਜੀ ਸਾਡੇ ਨਾਲ ਜੁੜ ਚੁੱਕੇ ਨੇ। ਵਿਨੋਦ ਭਾਰਤੀ ਜੀ, ਮੈਂ ਤੁਹਾਡੇ ਕੋਲ ਵਾਪਸ ਆਉਂਗਾ। ਟਾਂਡਾ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਅਕਾਲੀ ਦਲ ਇਸ ਪੂਰੇ ਮੁੱਦੇ ਨੂੰ ਕਿਵੇਂ ਦੇਖ ਰਿਹਾ? ਮੁੱਖ ਮੰਤਰੀ ਚਿੱਠੀ ਲਿਖਦੇ ਨੇ, 5 ਸਾਲ ਪਹਿਲਾਂ ਅਮੈਂਡਮੈਂਟ ਹੋਈ ਸੀ, ਜਿਹੜੀ ਸੋਧ ਵਾਲਾ ਪੂਰਾ ਕੰਮ ਹੈ ਤੁਹਾਡੀ ਸਰਕਾਰ ਦੇ ਸਮੇਂ, ਅਕਾਲੀ ਦਲ ਬੀਜੇਪੀ ਦੀ ਸਰਕਾਰ ਦੇ ਸਮੇਂ ਚੱਲਿਆ ਸੀ। ਉਸ ਤੋਂ ਬਾਅਦ ਹੁਣ ਮੁੱਦਾ ਜਾਂ ਪੁਆਇੰਟ ਇਸ ਗੱਲ ਦੇ ਉੱਤੇ ਆ ਕੇ ਰੁਕ ਗਿਆ ਹੈ ਕਿ ਸੈਂਟਰ ਕਹਿ ਰਿਹਾ ਹੈ ਕਿ ਐਕਸੈਸਿਵ ਹੈ ਜੋ ਤੁਸੀਂ ਸਜ਼ਾ ਦੀ ਤਜਵੀਜ਼ ਰੱਖੀ ਹੋਈ ਹੈ ਇਸ ਅਮੈਂਡਮੈਂਟ ਦੇ ਵਿੱਚ, ਉਹ ਐਕਸੈਸਿਵ ਹੈ ਕਿ ਵਾਕਈ ਇਸ ਤਰੀਕੇ ਨਾਲ ਐਜ਼ ਇਟ ਇਜ਼ ਜਾਣੀ ਚਾਹੀਦੀ ਹੈ। ਅਕਾਲੀ ਦਲ ਇਸ ਨੂੰ ਕਿਵੇਂ ਦੇਖਦਾ ਹੈ? ਸਰ, ਨਜ਼ਰੀਏ ਕਈ ਹੈ ਇਸ ਚੀਜ਼ ਨੂੰ ਦੇਖਣ ਦੇ। ਇੱਕ ਤਾਂ ਇਹ ਹੈ ਕਿ ਜਿਹੜੀ ਐਗਜ਼ਿਸਟਿੰਗ ਸਜ਼ਾ ਕਿ ਉਹਦੇ ਚ ਸਜ਼ਾ ਦਵਾਈ ਤੁਸੀਂ ਅਜੇ ਤੱਕ ਕਿਸੇ ਨੂੰ, ਦੈਟ ਇਜ਼ ਦੀ ਫਸਟ ਇਸ਼ੂ। ਸੈਕੰਡ ਇਸ਼ੂ ਹੈ ਕਿ
ਇਹ ਬੇਅਦਬੀ, ਮੈਂ ਅੱਜ ਫਿਰ ਰਿਪੀਟ ਕਰਦਾ, ਮੈਂ ਕੰਸਿਸਟੈਂਟਲੀ ਕਹਿੰਦਾ ਬੇਅਦਬੀ ਕਰਾਉਣ ਵਾਲੀਆਂ ਉਹ ਪਾਰਟੀਆਂ ਨੇ ਜਿਨੇ ਇਸ ਮੁੱਦੇ ਨੂੰ ਚੱਕਿਆ, ਜਿਨੇ ਇਸ ਮੁੱਦੇ ਦਾ ਫਾਇਦਾ ਲਿਆ। ਐਂਡ ਹੁਣ ਚਿੱਠੀ ਲਿਖ ਦੇਣਾ, ਨੀਤੀ ਆਯੋਗ 'ਚ ਤਾਂ ਇਹ ਕਹਿਤਾ ਸੀ ਜਾਣਾ ਨਹੀਂ, ਜਿੱਥੇ ਆਮਣੇ ਸਾਹਮਣੇ ਬੈਠ ਕੇ ਗੱਲ ਹੋਣੀ ਸੀ ਕਿ ਫੋਟੋ ਖਿਚਾ ਕੇ ਨਹੀਂ ਆਣਾ, ਉਹਨੇ ਚਿੱਠੀ ਦੇ ਬਾਅਦ ਵੀ ਅਖਬਾਰ 'ਚ ਖਬਰ ਹੀ ਲੱਗਣੀ। ਔਰ ਹੋਣਾ ਕੀ ਹੈ, ਚਿੱਠੀ ਤੁਹਾਡੀ ਡਸਟਬਿਨ 'ਚ ਚਲੇ ਜਾਣੀ ਹੈ, ਬਿਕੋਜ਼ ਤੁਸੀਂ ਇੰਨੇ ਜ਼ਿਆਦਾ ਰਿਲੇਸ਼ਨਸ ਵਿਗਾੜੇ ਹੋਏ ਹੈ। ਤੁਸੀਂ ਗਵਰਨਰ ਨੂੰ ਗਾਲਾਂ ਕੱਢਦੇ ਹੋ, ਮਾੜਾ ਬੋਲਦੇ ਹੋ, ਤੁਸੀਂ ਗਵਰਨਮੈਂਟ 'ਚ ਆ ਕੇ ਕੇਜਰੀਵਾਲ ਸਾਹਿਬ ਦਾ ਰਾਜਨੀਤੀ ਧਰਨਾ ਦੇਣ ਲੱਗ ਜਾਣਾ, ਹਰੇਕ ਨੂੰ ਪੁੱਠਾ ਬੋਲਣਾ, ਹਰੇਕ ਨੂੰ ਚੋਰ ਬੇਈਮਾਨ ਕਹਿਣਾ। ਇਹ ਸਿਚੁਏਸ਼ਨ ਜਿਹੜੀ ਤੁਸੀਂ ਰਾਈਜ਼ ਕਰਾਈ ਹੈ, ਦੇਖੋ ਅਕਾਲੀ ਦਲ ਵੀ ਗਵਰਨਮੈਂਟ 'ਚ ਰਿਹਾ ਜਦ ਸੈਂਟਰ ਦੇ ਵਿੱਚ ਕਾਂਗਰਸ ਸੀ, ਸਾਡੀ ਨਹੀਂ ਸੀ ਉਹਨਾਂ ਨਾਲ, ਪਰ ਸਾਡੇ ਕਦੇ ਇਸ ਹਾਲਾਤ ਤੇ ਹਾਲਾਤ ਨਹੀਂ ਪਹੁੰਚੇ। ਕਈ ਗਵਰਨਮੈਂਟਸ ਹੋ ਰਹੀਆਂ, ਸ਼ੀਲਾ ਦੀਕਸ਼ਿਤ ਦੀ ਰਹੀ ਆ, ਪਰ ਨੇੜ ਦੀਆਂ ਲੈ ਲਈ ਹੈ। ਹੁਣ ਤੁਸੀਂ ਲੈ ਲਓ ਉੜੀਸਾ ਦੀ ਸਰਕਾਰ ਵੀ ਹੈ, ਉਹ ਵੀ ਸਰਕਾਰ ਚੱਲ ਰਹੀ ਹੈ, ਉਸ ਇਸ ਹੱਦ ਤੱਕ ਗਾਲੀ ਗਲੋਚ ਤੇ ਨਹੀਂ ਆਏ। ਇਹਦੀ ਰਵਾਇਤ ਪੈਦਾ ਕਰਤੀ ਕਨਫਰੰਟੇਸ਼ਨ ਦੀ, ਇਹਦੇ ਚ ਲਾਭ ਨਹੀਂ ਹੁੰਦਾ, ਨੁਕਸਾਨ ਹੁੰਦਾ। ਐਂਡ ਪੰਜਾਬ ਦਾ ਨੁਕਸਾਨ ਤਾਂ ਇਹ ਸਰਕਾਰ ਨੇ ਜਿੱਦਣ ਦੇ ਆਏ ਹੈ ਉਦੋਂ ਦੇ ਹੀ ਕੁਝ ਕਰਨ ਲੱਗੇ ਹੋਏ ਹੈ। ਪੰਜਾਬ ਦਾ ਖਜ਼ਾਨਾ ਲੁੱਟ ਲਓ, ਪੰਜਾਬ ਦੇ ਇਸ਼ਤਿਹਾਰ ਬਾਹਰ ਲਵਾ ਲਓ, ਹੁਣ ਨਵੇਂ ਆਮ ਆਦਮੀ ਪਾਰਟੀ ਦੇ ਬੰਦਿਆਂ ਦੀਆਂ ਨਿਯੁਕਤੀਆਂ ਕਰਤੀਆਂ, ਪੂਰੇ ਪੰਜਾਬ 'ਚ ਲਾਅ ਅਫਸਰ ਲਾ ਲਏ, ਤੇ ਹਰ ਕਿਤੇ ਲੁੱਟ ਖਸੁੱਟ। ਜਿਹੜਾ ਤੁਸੀਂ ਇਲਜ਼ਾਮ ਲਾ ਕੇ ਰਾਈਡ ਕਰਕੇ ਆਏ ਸੀ, ਇੱਕ ਛੋਟਾ ਜਿਹਾ ਐਡ ਕਰ ਦਾ ਜਵਾਬ ਤਾਂ ਦੇ ਲਓ ਪਹਿਲਾਂ। ਨਹੀਂ, ਤੁਹਾਡਾ ਪੁਆਇੰਟ ਆ ਗਿਆ, ਤੁਹਾਡਾ ਪੁਆਇੰਟ ਆਇਆ ਸਰ, ਪਰ ਦੇਖੋ ਇੱਕ ਸਵਾਲ ਇਹ ਵੀ ਹੈ, ਤੁਸੀਂ ਤੁਹਾਡੀ ਗੱਲ ਦਾ ਜਾਂ ਤੁਹਾਡੇ ਬਿਆਨ ਦਾ ਮਤਲਬ ਇਹ ਕੱਢਿਆ ਜਾ ਰਿਹਾ ਹੈ ਕਿ ਜੇ ਪੰਜਾਬ ਸਰਕਾਰ ਦੇ ਸੈਂਟਰ ਦੇ ਨਾਲ ਰਿਸ਼ਤੇ ਬਹੁਤ ਸੁਹਿਰਦ ਹੋਣ ਤਾਂ ਫਿਰ ਇਹ ਬਿੱਲ ਪਾਸ ਹੋ ਸਕਦਾ ਹੈ। ਪਰ ਪੁਆਇੰਟ ਇਹ ਕਿ ਤਾਂ 2018 ਦਾ 2018 ਚ ਕੈਪਟਨ ਅਮਰਿੰਦਰ ਸਿੰਘ ਸੀ ਮੁੱਖ ਮੰਤਰੀ ਉਸ ਸਮੇਂ ਦੇ ਤੇ ਸੈਂਟਰ ਦੇ ਰਿਲੇਸ਼ਨ ਬਹੁਤ ਵਧੀਆ ਕਹੇ ਜਾਂਦੇ ਸੀ। 4 ਸਾਲ ਉਹ ਵੀ ਨਹੀਂ ਪਾਸ ਕਰਵਾ ਪਾਏ। ਮੈਂ ਨਹੀਂ ਗੱਲ ਕਰ ਰਿਹਾ, ਮੈਂ ਚਿੱਠੀ ਕੱਢਣ ਤੇ ਕਹਿ ਰਹੇ ਹਾਂ ਕਿ ਤੁਸੀਂ ਕਿਉਂ ਨਹੀਂ ਪਰਸਨਲੀ ਜਾ ਕੇ ਮਿਲ ਸਕਦੇ, ਚਿੱਠੀ ਕੋ ਕੱਢਣੀ ਪੈਂਦੀ ਹੈ। ਤੁਸੀਂ ਪਰਸੂਏਸਿਵਨੈਸ ਤੁਹਾਡੀ ਕਿੱਥੇ ਗਈ, ਖਤਮ ਹੋ ਗਈ, ਤੁਸੀਂ ਖੋਲੀ ਆਪਣੀ ਪਰਸੂਏਸਿਵਨੈਸ। ਤੁਸੀਂ ਜਾ ਕੇ ਮਿਲਦੇ ਹੋ, ਮਿਲ ਕੇ ਗੱਲ ਕਰਦੇ ਹੋ। ਕੈਪਟਨ ਦੇ ਟਾਈਮ ਵੀ ਜਾ ਕੇ ਮਿਲਦੇ ਸੀ, ਮਿਲ ਕੇ ਗੱਲ ਹੁੰਦੀ ਸੀ। ਹੁਣ ਇਸ਼ੂ ਹੈ ਇਹਦੇ ਤੇ ਡਾਇਲੌਗ ਹੋਣਾ ਚਾਹੀਦਾ ਹੈ, ਡਾਇਲੌਗ ਚਿੱਠੀਆਂ ਨਾਲ ਤਾਂ ਨਹੀਂ ਹੁੰਦਾ। ਜੇ ਚਿੱਠੀਆਂ ਨਾਲ ਹੀ ਡਾਇਲੌਗ ਹੋ ਜਾਂਦਾ ਹੋਵੇ ਤਾਂ ਕੂਟਨੀਤੀ ਪੂਰੀ ਦੁਨੀਆ ਦੀ ਲੀਡਰਸ ਦਾ ਆਣਾ ਜਾਣਾ ਮਿਲਣਾ ਬੰਦ ਹੀ ਕਰ ਦੇਣ, ਚਿੱਠੀਆਂ ਨਾਲ ਹੀ ਕਰ ਲਿਆ ਕਰਨ। ਮਿਲਣਾ, ਫਿਜ਼ੀਕਲੀ ਬੈਠਣਾ, ਫਿਜ਼ੀਕਲੀ ਕਨਵਿੰਸ ਕਰਨਾ, ਰਿਪੋਰਟ ਬਣਾਉਣਾ ਬੜੀ ਇੰਪੋਰਟੈਂਟ ਚੀਜ਼ ਹੁੰਦੀ ਹੈ। ਉਹਦੇ ਤੇ ਸਫਰ ਕੌਣ ਕਰਦਾ ਹੈ? ਸਟੇਟ ਸਫਰ ਕਰਦੀ ਹੈ। ਜੀ 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 ਠੀਕ ਹੈ, ਆਪਾਂ ਜਵਾਬ ਲੈ ਲਈਏ। ਕੰਗ ਸਾਹਿਬ ਦੇਖੋ ਪੁਆਇੰਟ ਤਾਂ ਵੈਲਿਡ ਹੈ ਕਿ ਜੇ ਆਪਾਂ ਚਿੱਠੀਆਂ ਦੇ ਜ਼ਰੀਏ ਸਾਰਾ ਕੁਝ ਕਰਨਾ ਹੈ, ਹੁਣ ਉਹਨਾਂ ਨੂੰ ਚਿੱਠੀ ਲਿਖਣ ਤੋਂ ਹੀ ਪ੍ਰੋਬਲਮ ਹੈ, ਕਹਿੰਦੇ ਤੁਸੀਂ ਚਿੱਠੀ ਲਿਖੋ ਕੋਈ ਦਿੱਕਤ ਨਹੀਂ, ਪਰ ਤੁਸੀਂ ਆਪਣੀ ਜਾ ਕੇ ਗੱਲ ਰੱਖੋ ਨਾ ਸੈਂਟਰ ਦੇ ਸਾਹਮਣੇ, ਉਹਨਾਂ ਦੇ ਨੁਮਾਇੰਦੇ ਦੇ ਸਾਹਮਣੇ, ਗ੍ਰਹਿ ਮੰਤਰੀ ਦੇ ਸਾਹਮਣੇ ਕਿ ਦੇਖੋ ਇਹ ਪੰਜਾਬ ਦੇ ਵਿੱਚ ਹੈ। ਮੈਂ ਲੈਟਰ ਪੜ੍ਹ ਰਿਹਾ ਸੀ, ਉਸ ਦੇ ਵਿੱਚ ਇਹ ਵੀ ਬਕਾਇਦਾ ਮੈਂਸ਼ਨ ਕੀਤਾ ਗਿਆ ਕਿ ਅਸੀਂ ਬਾਰਡਰ ਸਟੇਟ ਹੈ, ਇਸ ਕਰਕੇ ਕਮਿਊਨਲ ਹਾਰਮਨੀ ਇੱਥੇ ਸਹੀ ਰਹੇ, ਉਸ ਨੂੰ ਧਿਆਨ ਦੇ ਵਿੱਚ ਰੱਖਣਾ ਹੈ, ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਜਲਦ ਤੋਂ ਜਲਦ ਪਾਸ ਕਰੋ। ਇਹ ਮਿਲ ਕੇ ਜਦੋਂ ਕਹੀਆਂ ਜਾਣਗੀਆਂ ਬੜੀਆਂ ਸੋਲਿਡ ਹੁੰਦੀਆਂ ਗੱਲਾਂ ਮੂੰਹ ਦੇ ਵਿੱਚੋਂ ਸਾਹਮਣੇ ਨਿਕਲੀਆਂ ਹੋਈਆਂ। ਪਹਿਲੀ ਗੱਲ ਤੇ ਗੌਰਵ ਜੀ, ਇਹ ਚਿੱਠੀ ਦਾ ਜਵਾਬ ਚਿੱਠੀ 'ਚ ਹੈ। ਜਦੋਂ ਭਾਜਪਾ ਦੀ ਕੇਂਦਰ ਸਰਕਾਰ ਨੇ ਚਿੱਠੀ ਲਿਖੀ ਕਿ ਬੇਅਦਬੀਆਂ ਨੂੰ ਲੈ ਕੇ ਉਮਰ ਕੈਦ ਦੀ ਸਜ਼ਾ, ਇਹ ਸਜ਼ਾ ਜ਼ਿਆਦਾ ਤਾਂ ਨਹੀਂ ਹੋ ਜਾਊਗੀ? ਇਹ ਭਾਜਪਾ ਕਹਿੰਦੀ ਹੈ ਸਜ਼ਾ ਜ਼ਿਆਦਾ ਤਾਂ ਨਹੀਂ, ਇਹਦਾ ਮਤਲਬ ਭਾਜਪਾ ਦੀ ਮਨਸ਼ਾ ਸਮਝੋ ਤੁਸੀਂ। ਭਾਜਪਾ ਨੂੰ ਬੇਅਦਬੀਆਂ ਨਾਲ ਕੋਈ ਫਰਕ ਹੀ ਨਹੀਂ ਪੈਂਦਾ। ਤੇ ਅਕਾਲੀ ਦਲ ਦੀ ਮਜਬੂਰੀ ਮੈਂ ਸਮਝ ਗਿਆ। ਅਕਾਲੀ ਦਲ ਨੇ ਜਿਸ ਹਿਸਾਬ ਨਾਲ ਹੁਣ ਬਿਆਨ ਦਿੱਤਾ ਤੁਹਾਡੇ ਟੀਵੀ ਤੇ, ਉਹ ਤੇ ਸਾਬਿਤ ਕਰਦਾ ਹੈ ਵੀ ਅਕਾਲੀ ਦਲ ਤੇ ਚਾਹੁੰਦਾ ਹੈ ਵੀ ਬੇਅਦਬੀਆਂ ਤੇ ਸਜ਼ਾ ਕਿਸੇ ਨੂੰ ਮਿਲੇ ਹੀ ਨਾ। ਅਕਾਲੀ ਦਲ ਦੀ ਤੇ ਤੁਹਾਡੇ ਵਾਲੇ ਪਾਸੇ ਉਂਗਲ ਚੁੱਕਦੇ ਨੇ, ਤੁਹਾਡਾ ਨਾਮ ਬੇਸ਼ੱਕ ਉਹਨਾਂ ਨੇ ਨਹੀਂ ਲਿਆ, ਪਰ ਤੁਹਾਡੇ ਵਾਲੇ ਪਾਸੇ ਉਂਗਲ ਚੁੱਕਦੇ ਨੇ, ਕਹਿੰਦੇ ਦੇਖੋ ਕਿਹੜੀਆਂ ਸਿਆਸੀ ਪਾਰਟੀਆਂ ਨੂੰ ਫਾਇਦਾ ਹੋਇਆ, ਬੇਅਦਬੀ ਉਹਨਾਂ ਨੇ ਕਰਵਾਈ। ਨਹੀਂ, ਫਾਇਦਾ ਕਿਸੇ ਨੂੰ ਕੋਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਜਿਹੜਾ ਫਾਇਦਾ ਲਊਗਾ ਨਾ, ਤੇ ਇਹਨਾਂ ਦੀ ਲੀਡਰ ਦਾ ਹੀ ਬਿਆਨ ਹੈ, ਤੇ ਉਹ ਬਿਆਨ ਗੁਰੂ ਸਾਹਿਬ ਨੇ ਪੂਰਾ ਵੀ ਕਰਤਾ ਵੀ ਉਹਦਾ ਕੁੱਖ ਨਾ ਰਵੇ, ਤੇ ਉਹ ਕਰਾਉਣ ਵਾਲਾ ਵੀ ਤੇ ਕਰਾਉਣ ਵਾਲੇ ਨੂੰ ਬਚਾਉਣ ਵਾਲੇ ਦਾ ਵੀ, ਉਹ ਸਾਰਿਆਂ ਦਾ ਅਸ਼ਰ ਵੇਖ ਲਿਆ। ਮੇਰਾ ਕਹਿਣ ਤੋਂ ਭਾਵ ਹੈ ਵੀ ਇੱਕ ਸੈਂਟਰ ਨੇ ਕਿਹਾ ਵੀ ਇਹ ਚਿੱਠੀ ਲਿਖ ਕੇ ਵੀ ਇਹ ਜਿਹੜੀ ਪਨਿਸ਼ਮੈਂਟ ਹੈ ਇਹ ਇਨਹਾਂਸ ਹੈ, ਜ਼ਿਆਦਾ ਹੈ, ਇਹ ਜ਼ਿਆਦਾ ਨਹੀਂ। ਇਸ ਕਰਕੇ ਇੱਕ ਤੇ ਉਹਨਾਂ ਦਾ ਪੱਖ ਪਤਾ ਲੱਗ ਗਿਆ। ਅਕਾਲੀ ਦਲ ਉਹਨਾਂ ਦੀ ਪਿੱਠ ਪੂਰੇ, ਅਕਾਲੀ ਦਲ ਚਾਹੁੰਦਾ ਨਹੀਂ ਬੇਅਦਬੀ ਦਾ ਜਿਹੜਾ ਇਨਸਾਫ ਮਿਲੇ ਜਾਂ ਸਜ਼ਾ ਮਿਲੇ। ਦੇਖੋ ਗੱਲ ਇਹ ਆ, ਬੇਅਦਬੀ ਦਾ ਮਸਲਾ ਪੰਜਾਬ 'ਚ ਬਹੁਤ ਮਾਇਨੇ ਰੱਖਦਾ ਹੈ। ਗੁਰੂ ਗ੍ਰੰਥ ਸਾਹਿਬ ਸਾਡੇ ਲਈ ਬਹੁਤ ਮਾਇਨੇ ਰੱਖਦਾ ਹੋਊਗਾ, ਅਕਾਲੀ ਦਲ ਭਾਜਪਾ ਲਈ ਨਹੀਂ ਰੱਖਦਾ ਹੋਊਗਾ, ਤੇ ਪਤਾ ਨਹੀਂ, ਸਾਨੂੰ ਨਹੀਂ ਪਤਾ, ਉਹ ਤੇ ਦੇਖ ਹੀ ਰਿਹਾ ਇਹਨਾਂ ਦੀ ਮਨਸ਼ਾ ਕੀ ਹੈ। ਕਿਉਂਕਿ ਇਹਨਾਂ ਦੇ ਟਾਈਮ ਤੇ ਇਹ ਤਮਾਸ਼ਾ ਸ਼ੁਰੂ ਹੋਇਆ, ਇਹਨਾਂ ਨੇ ਤੇ ਸ਼ੈਲਟਰ ਕੀਤਾ ਹੈ, ਜਿਹੜੇ ਲੋਕਾਂ ਨੇ ਬੇਅਦਬੀਆਂ ਕੀਤੀਆਂ ਉਹਨਾਂ ਨੂੰ ਬਚਾਉਂਦੇ ਰਹੇ, ਇਹਨਾਂ ਤੇ ਇਲਜ਼ਾਮ ਹੈ ਇਸ ਗੱਲ ਦੇ। ਲੇਕਿਨ ਭਾਜਪਾ ਦੇ ਬਾਰੇ ਜੋ ਇੱਕ ਲੋਕਾਂ 'ਚ ਚਰਚਾ ਹੈ ਨਾ, ਭਾਜਪਾ ਚਾਹੁੰਦੀ ਸਿੱਖਾਂ ਦੇ ਮਸਲੇ ਤੇ ਬਣੇ ਰਹਿਣ,
ਔਰ ਪੰਜਾਬ 'ਚ ਤੇ ਕੁਛ ਨਾ ਕੁਛ ਮਤਲਬ ਮਾੜਾ ਕੁਛ ਨਾ ਕੁਛ ਹੋ ਹੀ ਜਾਵੇ, ਕਿਉਂਕਿ ਜਿਹੜਾ ਜਿਹੜੀਆਂ ਘਟਨਾਵਾਂ ਮਾੜੀਆਂ ਹੋਈਆਂ ਡਾਇਰੈਕਟ ਜਾਂ ਇਨਡਾਇਰੈਕਟ ਰੂਪ ਤੇ ਭਾਜਪਾ ਨੂੰ ਲੈ ਕੇ ਕਦੀ ਵੀ ਸੰਜੀਦਗੀ ਦਿਖੀ ਨਹੀਂ। ਸੋ ਅੱਜ ਸਾਡਾ ਤਾਂ ਸਿੱਧਾ ਸਪਸ਼ਟ ਹੈ, ਜਿੱਥੋਂ ਤੱਕ ਮਿਲਣ ਦੀ ਗੱਲ ਹੈ 3 ਵਾਰ ਮੁੱਖ ਮੰਤਰੀ ਜੀ ਨੀਤੀ ਆਯੋਗ ਦੀ ਮੀਟਿੰਗ ਪਿਛਲੇ 1 ਸਾਲ ਜਾ ਚੁੱਕੇ ਆ, ਪੰਜਾਬ ਦਾ ਕੋਈ ਮਸਲਾ ਐਡਰੈਸ ਨਹੀਂ ਕੀਤਾ, ਇੱਕ ਵੀ ਸਿੰਗਲ। ਕਿੰਨੀ ਵਾਰ ਜਾਈਏ, ਨਾਲੇ ਹਰ ਮੁੱਦੇ ਲਈ ਮੁੱਖ ਮੰਤਰੀ ਨੇ ਜਾਣਾ ਨਹੀਂ ਹੁੰਦਾ, ਇੱਕ ਸਿਸਟਮ ਹੈ, ਕਨਸਟੀਟਿਊਸ਼ਨ ਹੈ। ਟਾਂਡਾ ਸਾਹਿਬ ਤੇ ਸ਼ਾਇਦ ਵਕੀਲ ਵੀ ਹੋਣਗੇ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਟੇਟਾਂ ਔਰ ਸੈਂਟਰ ਮਿਲ ਕੇ ਹੀ ਦੇਸ਼ ਨੂੰ ਚਲਾਉਂਦੇ ਆ। ਜਵਾਬ ਲੈ ਲਿਓ ਧਾਲੀਵਾਲ ਸਾਹਿਬ ਔਰ ਵਿਨੋਦ ਭਾਟੀ, ਵੇਟ ਕਰਿਓ। ਟਾਂਡਾ ਸਾਹਿਬ ਨਹੀਂ ਟੀਵੀ ਕੱਢਦੇ ਸਰ, ਇਹ ਲੋਕਾਂ ਨੇ ਠੇਕਾ ਲਿਆ ਹੋਇਆ ਦੂਜਿਆਂ ਤੇ ਇਲਜ਼ਾਮ ਲਾਉਣ ਦਾ। ਮੈਨੂੰ ਇੱਕ ਗੱਲ ਦੱਸੋ, ਬੇਅਦਬੀ ਤੇ ਤੁਸੀਂ ਸੀਰੀਅਸ ਕਦ ਹੋਏ ਹੋ? ਤੁਸੀਂ ਸਿਆਸਤ ਲੜੀ ਇਸ ਦੀ ਕਿ ਨਹੀਂ ਲੜੀ? ਤੁਸੀਂ ਇਹਨੂੰ ਪੋਲੀਟੀਕਲ ਮੁੱਦਾ ਬਣਾਇਆ ਕਿ ਨਹੀਂ ਬਣਾਇਆ? ਤੁਸੀਂ ਅੱਜ ਤੱਕ ਤੁਸੀਂ ਵੀ ਬਣਾਇਆ, ਦਾਦੂਵਾਲ ਨੇ ਵੀ ਬਣਾਇਆ। ਉਹੀ ਦਾਦੂਵਾਲ ਜਿਹੜਾ ਬੀਜੇਪੀ ਨੇ ਭੇਜਿਆ, ਉਹੀ ਦਾਦੂਵਾਲ ਹੁਣ ਬੀਜੇਪੀ ਨੇ ਬੱਖਣ ਦੇ ਬਾਲ ਵਾਂਗੂ ਕੱਢ ਕੇ ਪਾਸੇ ਕਰਤਾ। ਇਹ ਮੁੱਦਾ ਕ੍ਰੀਏਟ ਕੀਤਾ ਗਿਆ, ਬੇਅਦਬੀ ਹੋਈ ਨਹੀਂ, ਮਾਫ ਕਰਨਾ ਆਮ ਆਦਮੀ ਪਾਰਟੀ, ਇਹ ਤੁਸੀਂ ਕਰਾਈ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਤੁਸੀਂ ਕਰਾਈ ਹੈ। ਤੁਸੀਂ ਪੰਜਾਬ ਦਾ ਜੇ ਬਾਰਡਰ ਸਟੇਟ ਹੈ, ਕਿਉਂ ਇਸ ਇਸ਼ੂ ਨੂੰ ਰੇਕਅਪ ਕੀਤਾ? ਕਿਉਂ ਤੁਸੀਂ ਅੱਤਵਾਦੀਆਂ ਦੇ ਘਰ ਜਾ ਠਹਿਰੇ? ਕਿਉਂ ਤੁਸੀਂ ਬ੍ਰੇਕਫਾਸਟ ਕੀਤੇ ਅੱਤਵਾਦੀਆਂ ਦੇ ਘਰ ਜਾ? ਕਿਉਂ ਤੁਸੀਂ ਇਸ ਇਸ਼ੂ ਨੂੰ ਫਲੇਅਰ ਅਪ ਕਰਕੇ ਅੱਗ ਲਾਈ? ਅੱਜ ਬੇਅਦਬੀਆਂ ਰੁਕ ਗਈਆਂ? ਅੱਜ ਤੁਸੀਂ ਰੋਕ ਸਕੇ ਹੋ? ਅੱਜ ਤੁਹਾਡਾ ਸਟੈਂਡ ਬੇਅਦਬੀ ਤੇ ਕਿੱਥੇ ਹੈ? ਅੱਜ ਤੁਹਾਡਾ ਸਟੈਂਡ ਚਿੱਟੇ ਤੇ ਕਿੱਥੇ? ਤੁਸੀਂ ਚਿੱਟੇ ਨੂੰ ਵੀ ਪੋਲਿਟਿਸਾਈਜ਼ ਕੀਤਾ। ਵੇਅਰ ਇਜ਼ ਯੂਰ ਸਟੈਂਡ ਔਨ ਚਿੱਟਾ ਟੁਡੇ? 10 ਗੁਣਾ ਚਿੱਟਾ ਵਿਕਦਾ ਹੈ। ਤੁਹਾਡੀ ਸਰਕਾਰ ਸਿੱਧਾ ਬਕਵੰਦੀ ਹੈ, ਕਿਉਂਕਿ ਤੁਸੀਂ ਇਹ ਇਲਜ਼ਾਮ ਲਾਉਂਦੇ ਸੀ ਦੂਜੀ ਸਰਕਾਰਾਂ ਤੇ। ਅੱਜ ਤੁਸੀਂ ਕਟਾਰੇ 'ਚ ਖੜੇ ਹੋ। ਤੁਸੀਂ ਚਿੱਟਾ ਵੇਚਣ ਵਾਲੇ, ਤੁਸੀਂ ਬੇਅਦਬੀਆਂ ਨੂੰ ਬਚਾਉਣ ਵਾਲੇ, ਤੁਸੀਂ ਬੇਅਦਬੀਆਂ ਕਰਨ ਵਾਲੇ, ਤੁਸੀਂ ਜਵਾਬ ਲਵਾਂ। ਬਹੁਤ ਸੀਰੀਅਸ ਐਲੀਗੇਸ਼ਨ ਨੇ ਟਾਂਡਾ ਸਾਹਿਬ, ਬੇਅਦਬੀ ਦੀ ਸਿਆਸਤ ਕਰੇ। ਕੰਗ ਜੀ ਮੈਂ ਧਾਲੀਵਾਲ ਸਾਹਿਬ ਦਾ ਰੁਕ ਕਰਨਾ, ਉਸ ਤੋਂ ਬਾਅਦ ਕੰਗ ਜੀ। ਦੇਖੋ 2015 ਚ ਜਦੋਂ ਬੇਅਦਬੀ ਦੀ ਘਟਨਾ ਸਭ ਤੋਂ ਵੱਡੀ ਹੋਈ ਨਾ, ਉਦੋਂ ਅਕਾਲੀ ਦਲ ਭਾਜਪਾ ਦੀ ਸਰਕਾਰ ਸੀ, ਔਰ ਜਿਹੜੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਸਿੱਖਾਂ ਤੇ ਗੋਲੀਆਂ ਚਲਾ ਕੇ ਸ਼ਹੀਦ ਅਕਾਲੀ ਦਲ ਦੀ ਸਰਕਾਰ ਨੇ ਕੀਤਾ। ਭੁੱਲ ਜਾਂਦੇ, ਇਹਨਾਂ ਨੂੰ ਪਤਾ ਨਹੀਂ ਹੈ ਸ਼ਾਇਦ ਕਿ ਅਕਾਲੀ ਦਲ ਨੇ ਉਦੋਂ ਦਾ ਡੀਜੀਪੀ ਜਿਹੜਾ ਸੈਣੀ ਉਹਨੇ ਗੋਲੀਆਂ ਚਲਾ ਕੇ ਪੀਸਫੁਲੀ ਪ੍ਰੋਟੈਸਟ ਕਰਦੇ ਲੋਕਾਂ ਨੂੰ ਮੌਤ ਦੇ ਘਾਟ ਸ਼ਹੀਦ ਕਰਤਾ ਸੀ। ਲੋਕਾਂ ਤੱਕ ਗੱਲ ਪਹੁੰਚ ਸਕੇ। ਟਾਂਡਾ ਸਾਹਿਬ ਮੈਂ ਤੁਹਾਡੇ ਕੋਲ ਆ ਰਿਹਾ, ਮੈਂ ਕੋਸ਼ਿਸ਼ ਕਰ ਰਿਹਾ ਕਿ ਪੂਰਾ ਟਾਈਮ ਦੇਵਾਂ, ਇੱਕ ਇੱਕ ਕਰਕੇ ਤੁਹਾਡੀ ਵੀ ਗੱਲ ਪਹੁੰਚੇ, ਕੰਗ ਜੀ ਦੀ ਵੀ ਗੱਲ ਪਹੁੰਚੇ। ਇੱਕ ਵਾਰ ਉਹਨਾਂ ਨੂੰ ਕੰਪਲੀਟ ਕਰ ਲੈਣ ਦਿਓ। ਕੰਗ ਜੀ ਕੰਪਲੀਟ ਕਰ ਲਓ ਸਰ ਤੁਸੀਂ। ਦੇਖੋ ਮੈਂ ਪੁਆਇੰਟ ਪਤਾ ਕੀ ਚੁੱਕ ਰਹੇ ਹਾਂ। ਦੇਖੋ ਗੱਲ ਇਹ ਹੈ ਕਿ ਐਲੀਗੇਸ਼ਨਸ ਤਾਂ ਮੈਂ ਪਿਛਲੇ 8-10 ਸਾਲ ਤੋਂ ਸੁਣ ਰਹੇ ਹਾਂ। 2015 ਤੋਂ ਲੈ ਕੇ ਹੁਣ ਤੱਕ ਸਰਕਾਰਾਂ ਬਦਲ ਗਈਆਂ, ਮੁੱਖ ਮੰਤਰੀ ਬਦਲ ਗਏ, ਐਲੀਗੇਸ਼ਨਸ ਦੀ ਭਰਮਾਰ ਹੈ। ਲੋਕਾਂ ਕੋਲ ਉਹੀ ਸਵਾਲ ਹੈ ਕਿ ਅਗਲੀ ਵਾਰ ਹੋਵੇ ਨਾ, ਬਸ ਨਾ ਮਰਿੰਡਾ ਦੇਖਣਾ ਨਾ ਪਵੇ ਅਗਲੀ ਵਾਰ ਬੇਅਦਬੀ ਵਰਗੀ ਘਟਨਾ ਕੋਈ ਹੋਰ। ਉਸ ਦੇ ਲਈ ਅਸੀਂ ਕੀ ਕਰੀਏ? ਜਿਹੜੀਆਂ ਪਿਛਲੀਆਂ ਘਟਨਾਵਾਂ ਹੋਈਆਂ ਉਹਨਾਂ ਨੂੰ ਲੈ ਕੇ ਜਿੱਥੇ ਚਲਾਨ ਪੇਸ਼ ਮਾਨ ਸਾਹਿਬ ਦੀ ਸਰਕਾਰ ਨੇ ਕੀਤੇ ਆ, ਪਹਿਲਾਂ ਤੇ ਭਾਈ ਭਤੀਜਾਵਾਦ ਇੱਕ ਦੂਜੇ ਨੂੰ ਬਚਾਉਣ ਦੀ ਗੱਲ ਕਰਦੀ ਰਹੀ ਕਾਂਗਰਸ, ਇਹਨਾਂ ਨੂੰ ਬਚਾਉਂਦੀ ਰਹੀ। ਇਹਨਾਂ ਦੇ ਟਾਈਮ ਜੋਰਾ ਸਿੰਘ ਕਮਿਸ਼ਨ ਬਣਿਆ, ਉਹਦੀ ਰਿਪੋਰਟ ਬਾਦਲ ਸਾਹਿਬ ਦੇ ਦਫ਼ਤਰ ਦੇ ਬਾਹਰ ਪਈ ਰਹੀ, ਉਹਨਾਂ ਨੇ ਰਿਪੋਰਟ ਹੀ ਨਹੀਂ ਵੇਖੀ। ਇਹ ਸਾਰਾ ਇਤਿਹਾਸ ਹੈ, ਅਸੀਂ ਬਹੁਤ ਸੰਜੀਦਗੀ ਨਾਲ ਇਹਨੂੰ ਲੈ ਰਹੇ ਹਾਂ। ਕਾਂਗਰਸ ਦੇ ਟਾਈਮ ਐਡਵੋਕੇਟ ਜਨਰਲ ਪੇਸ਼ ਹੀ ਨਹੀਂ ਹੁੰਦਾ ਸੀ ਹਾਈ ਕੋਰਟ, ਉਹ ਵੀ ਆਪਣੇ ਸਾਹਮਣੇ ਆ। ਸੋ ਅਸੀਂ ਤਾਂ ਹੀ ਕਿਹਾ ਐਨਹਾਂਸਮੈਂਟ ਆਫ ਪਨਿਸ਼ਮੈਂਟ ਵਾਲਾ ਜਿਹੜਾ ਬਿੱਲ ਹੈ, ਕਿਉਂ ਕੇਂਦਰ ਨੇ ਰੋਕ ਰੱਖਿਆ ਆ? ਗੱਲ ਮੁੱਦਾ ਤੇ ਆ ਕਿ ਵੱਧ ਤੋਂ ਵੱਧ ਸਜ਼ਾ ਨਹੀਂ ਹੋਣੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਜਾਂ ਬਾਕੀ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਗਰ ਹੁੰਦੀ ਆ। ਬੜਾ ਬੇਸਿਕ ਸਵਾਲ ਹੈ, ਉਹਨੂੰ ਲੈ ਕੇ ਸੈਂਟਰ ਨੇ ਕਿਉਂ ਇਹ ਪੈਂਡਿੰਗ ਕੀਤਾ ਹੋਇਆ? ਵਾਰ-ਵਾਰ ਸਵਾਲ ਸੈਂਟਰ ਉਲਟਾ ਖੜੇ ਕਰ ਰਿਹਾ ਵੀ ਜ਼ਿਆਦਾ ਸਜ਼ਾ ਹੋ ਜਾਊਗੀ ਜੀ, ਇੰਨੀ ਸਜ਼ਾ ਨਹੀਂ ਅਸੀਂ ਦੇਣੀ। ਇਹਦਾ ਕੀ ਮਤਲਬ ਹੈ? ਇਹਦਾ ਮਤਲਬ ਤੇ ਸ਼ੰਕੇ ਮਨਾਂ 'ਚ ਹੁੰਦੇ ਆ ਨਾ, ਭਾਜਪਾ ਤੇ ਖੜੇ ਹੁੰਦੇ ਆ ਵੀ ਇਹ ਗੁਰੂ ਸਾਹਿਬ ਦੀ ਬੇਅਦਬੀ ਨੂੰ ਸਮਝਦੇ ਹੀ ਨਹੀਂ ਕੁਛ, ਇਹਨਾਂ ਵਾਸਤੇ ਕੋਈ ਮਾਇਨੇ ਨਹੀਂ ਰੱਖਦੀਆਂ ਇਹ ਗੱਲਾਂ, ਇਹ ਚਾਹੁੰਦੇ ਹੀ ਨਹੀਂ ਵੀ ਸਜ਼ਾ ਮਿਲੇ। ਇਹਦਾ ਮਤਲਬ ਇਹ ਜਿਹੜਾ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਦੇਣਾ ਹੀ ਨਹੀਂ ਨਾ ਚਾਹੁੰਦੇ, ਇਹਦਾ ਮਤਲਬ ਤੇ ਇਹੀ ਆ। ਲੇਕਿਨ ਇਹ ਕੋਈ ਤਰੀਕਾ ਨਹੀਂ ਆ। ਅਸੀਂ ਤੇ ਵਾਰ-ਵਾਰ ਔਰ ਦੁਬਾਰਾ ਫੇਰ ਲਿਖਾਂਗੇ, ਅਸੀਂ ਤੇ ਚਾਹੁੰਦੇ ਆ ਅਸੀਂ ਚਾਹੁੰਦੇ ਬੇਅਦਬੀ ਵਾਲੇ ਨੂੰ ਵੱਧ ਤੋਂ ਵੱਧ ਸਜ਼ਾ ਮਿਲੇ। ਨਹੀਂ ਫਿਰ ਗੱਲ ਤਾਂ ਉਹੀ ਹੈ ਨਾ ਸਰ, ਮਿਲੇਗੀ ਕਿਵੇਂ? ਹੁਣ ਸੈਂਟਰ ਵਾਲੇ ਜੇਕਰ ਬਿੱਲ ਪਾਸ ਕਰਕੇ ਨਹੀਂ ਭੇਜਦੇ ਤਾਂ ਫਿਰ ਅੱਗੇ ਹੋਰ ਸਾਡੇ ਕੋਲ ਹੀਲਾ ਕੀ ਹੈ? ਪੁਆਇੰਟ ਤਾਂ ਇਹ ਵੀ ਹੈ ਕਿ ਜੇਕਰ ਉਧਰੋਂ 5 ਸਾਲ ਹੋ ਗਏ, ਅਗਲੇ 5 ਸਾਲ ਹੋਰ ਨਿਕਲਣ, ਕੋਈ ਹੋਰ ਘਟਨਾ ਵਾਪਰੇ ਤਾਂ ਕਰੀਏ ਕੀ? ਮੈਂ ਕੰਗ ਜੀ ਆ ਰਿਹਾ ਤੁਹਾਡੇ ਕੋਲ, ਇੱਕ ਵਾਰੀ ਥੋੜੀ ਵੇਟ ਕਰਿਓ, ਆਪਾਂ ਸਾਰਿਆਂ ਦਾ ਰੁਕ ਕਰ ਲਈਏ। ਕੁਲਦੀਪ ਧਾਲੀਵਾਲ ਜੀ, ਘੁੰਮ ਫਿਰ ਕੇ ਤੁਹਾਡੇ ਉੱਤੇ ਗੱਲ ਆ ਜਾਂਦੀ ਹੈ ਕਿ ਸੈਂਟਰ ਦੀ ਸਰਕਾਰ ਸੁਣੇ, ਸਮਝੇ ਕਿ ਕਿੰਨਾ ਗੰਭੀਰ ਮਸਲਾ ਪੰਜਾਬ ਵਾਲਿਆਂ ਦੇ ਲਈ ਹੈ। ਜੇ ਤੁਹਾਨੂੰ ਸੈਂਟਰ ਦੇ ਲਿਹਾਜ਼ ਤੋਂ ਮੈਂ ਸਵਾਲ ਪੁੱਛ ਰਿਹਾ ਧਾਲੀਵਾਲ ਸਾਹਿਬ, ਜੇ ਵਾਕਈ ਲੱਗਦਾ ਕਿ ਐਕਸੈਸਿਵ ਹੈ ਸਜ਼ਾ, ਤਾਂ ਫਿਰ ਉਸ ਦੇ ਉੱਤੇ ਵੀ ਚਰਚਾ ਕਰੋ ਨਾ।
ਇਹ ਨਹੀਂ ਕਿ ਇੱਕ ਲੈਟਰ ਅਸੀਂ ਕੱਢ ਦਿੱਤੀ, ਇੱਕ ਲੈਟਰ ਉਧਰੋਂ ਆ ਗਈ ਤਾਂ ਚੱਲ ਰਿਹਾ ਕੰਮ 2 ਮਹੀਨੇ 4 ਮਹੀਨੇ 6 ਮਹੀਨੇ 8 ਮਹੀਨੇ ਸਾਲ ਨਿਕਲ ਜਾਂਦਾ। ਗੌਰਵ ਜੀ ਮੈਂ ਦੇਖੋ ਖਾਨ ਸਾਹਿਬ ਨੂੰ ਮੈਂ ਡਿਸਕਸ ਨਹੀਂ ਕੀਤਾ ਔਰ ਨਹੀਂ ਕਰਦਾ ਕਦੇ ਡਿਸਕਸ। ਦੇਖੋ ਇਹ ਇੱਕ ਡਿਪਲੋਮੈਟਿਕ ਗੱਲ ਹੈ, ਇੱਕ ਗੱਲ ਨੂੰ ਬਤਾ ਕੇ ਦੂਜੀ ਗੱਲ ਨੂੰ ਲੱਗ ਰਹੀ ਹੈ। ਪਹਿਲੀ ਗੱਲ ਤਾਂ ਇਸ ਗੱਲ ਸੀ ਕਿ ਧਰਮਾਂ ਤੇ ਸਟੈਂਡ ਹੈ, ਇਹ ਜਿਹੜੀ ਤੁਹਾਡਾ ਜਿਹੜਾ ਕਾਨੂੰਨ ਹੈ ਉਹਦੇ ਤੇ ਸਮਾਂ ਪੰਜਾਬ ਸਰਕਾਰ ਨੇ ਲਿਆ ਉਸ ਸਟੈਂਡ ਤੇ, ਔਰ ਉਦੋਂ ਹੀ ਇਹ ਪੁੱਛਿਆ ਗਿਆ ਸੀ ਵੀ ਕੀ ਇਹ ਜਿਹੜੀ ਇੰਨੀ ਤੁਸੀਂ ਪਨਿਸ਼ਮੈਂਟ ਚਾਹੁੰਦੇ ਹੋ, ਉਹਦਾ ਮਤਲਬ ਜਿਹੜਾ ਹੈਗਾ ਤੁਹਾਡੇ ਦਰਸ਼ਕਾਂ ਨੂੰ ਇਹ ਦੱਸਿਆ ਜਾ ਰਿਹਾ ਹੈ ਕਿ ਕੀ ਤੁਸੀਂ ਇਹ ਜ਼ਿਆਦਾ ਨਹੀਂ ਹੋਗੀ। ਕੰਗ ਸਾਹਿਬ ਨੇ 4 ਵਾਰੀ ਰਿਪੀਟ ਕਰਤਾ, ਉਹ ਚਿੱਠੀ ਚਲਾ ਰਹੇ ਹੋ ਇੱਥੇ ਤਾਂ ਕਿ ਪਤਾ ਲੱਗ ਜੇ। ਨਹੀਂ ਚੱਲ ਰਹੀ ਹੈ ਚਿੱਠੀ। ਇਸ ਤਰੀਕੇ ਨਾਲ ਜਿਹੜਾ ਹੈਗਾ ਪ੍ਰਮੋਟ ਕਰਨਾ ਪੰਜਾਬ ਦੇ ਵਿੱਚ, ਇਹ ਪਹਿਲਾਂ ਹੀ ਆਮ ਆਦਮੀ ਪਾਰਟੀ ਸਿਆਸਤ ਕਰਦੀ ਰਹੀ ਹੈ ਬੇਅਦਬੀਆਂ ਤੇ, ਹੁਣੇ ਬੈਕਫੁੱਟ ਤੇ ਚਲੇ ਗਏ। ਸੰਸਦ ਦਾ ਬਾਈਕਾਟ ਕਰਕੇ, ਨੀਤੀ ਆਯੋਗ ਦਾ ਬਾਈਕਾਟ ਕਰਕੇ ਕੋਈ ਮੁੱਦਾ ਨਹੀਂ ਇਹਨਾਂ ਕੋਲੇ ਰਿਹਾ, ਇਹਨਾਂ ਦਾ ਬਹੁਤ ਵਿਰੋਧ ਹੋ ਰਿਹਾ ਸਾਰੇ ਪੰਜਾਬ 'ਚ। ਤਾਂ ਇੱਕ ਚਿੱਠੀ ਨੂੰ ਲਿਖ ਕੇ ਜਿਹੜਾ ਪਹਿਲਾਂ ਤੋਂ ਮਸਲਾ ਚੱਲ ਰਿਹਾ, ਆਲਰੇਡੀ ਡਿਪਲੋਮੈਸੀ ਚੱਲ ਰਹੀ ਹੈ ਪੰਜਾਬ ਗਵਰਨਮੈਂਟ ਤੇ ਉਹਦੇ ਵਿਚਕਾਰ, ਤੋਂ ਬਿਨਾਂ ਗੱਲ ਤੋਂ ਉਹਨੂੰ ਜਿਹੜਾ ਹੈਗਾ ਹਵਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਕੇਂਦਰ ਸਰਕਾਰ ਗੰਭੀਰ ਹੈ ਔਰ ਉਹਨਾਂ ਨੂੰ ਕੱਲਾ ਇਸ ਗੱਲ ਦਾ ਮਤਲਬ ਨਹੀਂ, ਉਹਨਾਂ ਨੂੰ ਕਿਸੇ ਵੀ ਧਰਮ ਦੀ ਬੇਅਦਬੀ ਨਾ ਹੋਵੇ ਔਰ ਕੋਈ ਨਹੀਂ ਬਚਣਾ ਚਾਹੀਦਾ। ਇਹ ਮਤਲਬ ਸਵਾਲਾਂ ਦਾ, ਇਹ ਮਤਲਬ ਨਹੀਂ ਹੈਗਾ ਕਿ ਦੂਜਿਆਂ ਨੂੰ ਕਾਹਤੋਂ ਵਿੱਚ ਕਰੀ ਜਾਂਦੇ ਆ। ਕੱਲੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੋ। ਹਾਂ, ਗੁਰੂ ਗ੍ਰੰਥ ਸਾਹਿਬ ਹਾਜ਼ਰ ਨਾਜ਼ਰ ਨੇ, ਸਾਡੇ ਲਈ ਅਸੀਂ ਮੰਨਦੇ ਹਾਂ, ਸਾਡੇ ਪਿਤਾ, ਪਰ ਜਿਹੜੇ ਜੇ ਕਿਸੇ ਹੋਰ ਦੀ ਹੋ ਜੇ ਭਾਈ ਫਿਰ ਆਪਣਾ ਕੀ ਸਟੈਂਡ ਹੋ, ਆਹ ਗੱਲ ਇਹ ਹੋਰ ਹੀ। ਮੈਂ ਤੁਹਾਨੂੰ ਲੈਟਰ ਦੀਆਂ 2-3 ਲਾਈਨਾਂ ਪੜ੍ਹ ਦਿੰਦਾ ਕੁਲਦੀਪ ਧਾਲੀਵਾਲ ਜੀ। ਉਹ ਸਿਰਫ ਸਿੱਖ ਧਰਮ ਤੱਕ ਸੀਮਿਤ ਨਹੀਂ ਹੈ, ਕਿਉਂਕਿ ਇਹ ਜ਼ਰੂਰੀ ਹੁੰਦਾ ਹੈ ਕਿ ਲੋਕਾਂ ਤੱਕ ਵੀ ਇਹ ਗੱਲ ਪਹੁੰਚੇ ਔਰ ਸਪਸ਼ਟ ਪਹੁੰਚੇ। ਇਸ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਜਿਹੜੇ ਅਮੈਂਡਮੈਂਟ ਬਿੱਲ ਨੇ ਉਹਨਾਂ ਦਾ ਦੋਵਾਂ ਦਾ ਜ਼ਿਕਰ ਹੈ, ਵਿਚ ਪ੍ਰੋਵਾਈਡ ਦਾ ਪਨਿਸ਼ਮੈਂਟ ਅਪ ਟੂ ਲਾਈਫ ਇੰਪ੍ਰਿਜ਼ਨਮੈਂਟ ਫॉर ਕਾਜ਼ਿੰਗ ਇੰਜਰੀ, ਡੈਮੇਜ ਔਰ ਸੈਕ੍ਰਿਲੇਜ ਟੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸ਼੍ਰੀਮਦ ਭਾਗਵਤ ਗੀਤਾ, ਹੋਲੀ ਕੁਰਾਨ ਐਂਡ ਹੋਲੀ ਬਾਈਬਲ। ਮਤਲਬ ਗੱਲ ਇਹ ਹੈ ਕਿ ਸਾਰੇ ਧਰਮਾਂ ਦਾ ਜ਼ਿਕਰ ਤਾਂ ਕੀਤਾ ਹੋਇਆ, ਸਿਰਫ ਇੱਕ ਧਰਮ ਤੱਕ ਨਹੀਂ ਸੀਮਿਤ ਹੈਗੀ ਗੱਲ। ਔਰ ਲਾਈਫ ਇੰਪ੍ਰਿਜ਼ਨਮੈਂਟ ਯਾਨੀ ਕਿ ਤਾਂ ਉਮਰ ਕੈਦ ਹੋ ਸਕਦੇ ਰਹੀ ਹੈ ਕਿ ਜੇ ਕੱਲ ਨੂੰ ਭਗਵਤ ਗੀਤਾ ਦੀ ਕੋਈ ਬੇਅਦਬੀ ਕਰਨ ਦੀ ਜ਼ਰੂਰਤ ਕਰਦਾ ਹੈ, ਹੋਲੀ ਕੁਰਾਨ ਦੀ ਜਾਂ ਫਿਰ ਬਾਈਬਲ ਦੀ, ਤਾਂ ਉਸ ਦੇ ਖਿਲਾਫ ਵੀ ਸੇਮ ਐਕਸ਼ਨ ਹੋਵੇ। ਮੈਨੂੰ ਇਹ ਗੱਲ ਦੱਸੋ, ਜੇ ਕੇਂਦਰ ਇਹ ਪੁੱਛਦਾ ਪੰਜਾਬ ਸਰਕਾਰ ਤੋਂ ਭਾਈ ਦੂਜਿਆਂ ਦੇ ਧਰਮਾਂ ਤੇ ਵੀ ਬੇਅਦਬੀ ਤੇ ਤੁਹਾਡਾ ਇਹੀ ਸਟੈਂਡ ਹੈ, ਤੇ ਕੀ ਕੇਂਦਰ ਕੋਈ ਧੱਕਾ ਕਰ ਰਿਹਾ ਪੰਜਾਬ ਨਾਲ? ਨਹੀਂ, ਦੂਜੇ ਧਰਮ ਕਿਹੜੇ ਹੋ ਗਏ ਨਾ ਸਰ, ਦੂਜੇ ਧਰਮ ਨਹੀਂ ਮੈਂ ਸਮਝ ਪਾ ਰਿਹਾ ਇਸ ਗੱਲ ਦੇ ਵਿੱਚ ਤਾਂ ਥੋੜਾ ਨਿਗਾਹਤਾ ਉਹਨਾਂ ਨੇ ਤੇ ਪੰਜਾਬ ਸਰਕਾਰ ਨੇ ਅੱਜ ਜਵਾਬ ਦਿੱਤਾ ਜਦੋਂ ਉਹਨਾਂ ਕੋਲ ਮਸਲਾ ਨਹੀਂ ਹੈਗਾ। ਨਹੀਂ ਧਾਲੀਵਾਲ ਸਾਹਿਬ ਕਲੀਅਰ ਕਰੋ, ਦੂਜੇ ਧਰਮ ਕਿਹੜੇ ਹੋ ਗਏ? ਮੈਨੂੰ ਸਮਝ ਨਹੀਂ ਆਇਆ। ਪੰਜਾਬ ਦਾ ਕਿਹੜਾ ਧਰਮ ਹੈ ਸਰ? ਪੰਜਾਬ ਦਾ ਤਾਂ ਕੋਈ ਧਰਮ ਨਹੀਂ ਨਾ, ਪੰਜਾਬ ਦੇ ਤਾਂ ਸਾਰੇ ਧਰਮ ਹੈ, ਸੈਕੂਲਰ ਕੰਟਰੀ ਹੈ, ਸੈਕੂਲਰ ਸਟੇਟ ਹੈ। ਬਿਲਕੁਲ, ਪਰ ਜਦੋਂ ਕੇਂਦਰ ਸਰਕਾਰ ਨੇ ਕੁਐਸਚਨ ਤਾਂ ਦੋ ਹੀ ਪੁੱਛੇ ਆ ਨਾ, ਦੋ ਹੀ ਕੁਐਸਚਨ ਪੁੱਛੇ ਸੀ। ਦੂਜੇ ਧਰਮਾਂ ਦੀ ਗੱਲ ਹੋਈ ਸੀ ਤੇ ਇੱਕ ਪਨਿਸ਼ਮੈਂਟ ਕਿਹਾ ਸੀ ਭਾਈ ਠੀਕ ਹੈ ਇੰਨੀ ਦੇਣੀ ਚਾਹੁੰਦੇ ਤੁਸੀਂ, ਉਹਦਾ ਹੀ ਜਵਾਬ ਦੇਣਾ ਸੀ, ਹੋਰ ਕੀ ਕਰਨਾ ਸੀ। ਠੀਕ ਹੈ, ਚਲੋ ਆਪਾਂ ਮੈਂ ਕੰਗ ਸਾਹਿਬ ਤੋਂ ਰਿਐਕਸ਼ਨ ਲਵਾਂਗਾ ਇਹਦੇ ਉੱਪਰ। ਵਿਨੋਦ ਭਾਰਤੀ ਜੀ, ਦੇਖੋ ਵਿਰੋਧੀਆਂ ਦੇ ਉੱਤੇ ਇਲਜ਼ਾਮ ਇਸ ਸਮੇਂ ਹੀ ਲੱਗ ਰਹੇ ਨੇ ਕਿ ਇਹ ਚਾਹੁੰਦੇ ਹੀ ਨਹੀਂ ਕਿ ਬੇਅਦਬੀ ਮਾਮਲੇ ਦੇ ਵਿੱਚ ਸਜ਼ਾ ਹੋ ਜਾਵੇ। 2018 ਤੋਂ ਲੈ ਕੇ 22, 17 ਤੋਂ ਲੈ ਕੇ 22, 5 ਸਾਲ ਸੱਤਾ 'ਚ ਰਹੀ ਕਾਂਗਰਸ। ਗੱਲ ਘੁੰਮ ਫਿਰ ਕੇ ਫਿਰ ਤੁਹਾਡੇ ਉੱਪਰ ਆਉਂਦੀ ਹੈ ਕਿ ਤੁਸੀਂ 5 ਸਾਲ 'ਚ ਨਹੀਂ ਇਨਸਾਫ ਦਿਵਾ ਪਾਏ, ਕਿ ਜੇ ਹੁਣ ਤੁਸੀਂ ਸੈਂਟਰ ਵਾਲੇ ਪਾਸੇ ਲੈ ਜਾ ਕੇ ਗੇਂਦ ਸੁੱਟ ਦੋ ਕਿ ਨਹੀਂ ਜੀ ਉਹਨਾਂ ਨੇ ਸਾਡਾ ਬਿੱਲ ਨਹੀਂ ਪਾਸ ਕਰਿਆ, ਸਾਈਨ ਨਹੀਂ ਕਰੇ, ਲੋਕਾਂ ਨੇ ਕਹਿਣਾ ਨਹੀਂ, ਇਹ ਕੋਈ ਲੌਜਿਕ ਨਹੀਂ ਹੈ। ਤੁਸੀਂ ਬਿਲਕੁਲ ਸਹੀ ਗੱਲ ਕਰੋ ਕਿ ਆਖਿਰ ਕਿਉਂ ਨਹੀਂ ਹੋਇਆ। गौरव जी, ये गल कहनी तो वाजिब नहीं है कि भी कांग्रेस की सरकार में कोई स्टेप नहीं उठाया गया। अकाली दल दे इंसाफ की गल कर रहे हैं सर, मैं स्टेप दी नहीं गल कर रहा। 2018 में तो शुरुआत की है कि 18 वाले दोनों ਜਿਹੜੇ ਬਿੱਲ हैं ਉਹ ਕਾਂਗਰਸ ਦੀ ਸੱਤਾ ਦੇ ਸਮੇਂ ਅਮੈਂਡਮੈਂਟ ਹੋਏ ਨੇ। गौरव जी, मैं ਤੁਹਾਡੀ ਗੱਲ ਦਾ ਹੀ ਜਵਾਬ ਦੇ ਰਿਹਾ ਜੀ ਜੀ ਕਿ ਇਹ ਕਹਿਣਾ ਕਿ ਕਾਂਗਰਸ ਦੇ ਟਾਈਮ 'ਚ ਨਹੀਂ ਹੋਇਆ, ਇਹ ਗਲਤ ਹੈ, ਕਿਉਂਕਿ ਇਹ ਅਕਾਲੀ ਦਲ ਦੇ ਟਾਈਮ ਵਿੱਚ ਬੇਅਦਬੀ ਦੀਆਂ ਘਟਨਾਵਾਂ ਹੋਈਆਂ, ਕੋਈ ਠੋਸ ਕਾਰਵਾਈ ਅਕਾਲੀ ਦਲ ਦੇ ਟਾਈਮ ਵਿੱਚ ਨਹੀਂ ਹੋਈ। ਉਸ ਤੋਂ ਬਾਅਦ ਜਦੋਂ ਕਾਂਗਰਸ ਦਾ ਰਾਜ ਆਇਆ, ਸਖਤੀ ਹੋਈ, ਸਿੱਟ ਬਣਾਈ ਗਈ, ਔਰ ਉਸ ਸਿੱਟ ਦੇ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਆਪਣੀ ਉੱਥੇ ਹਾਈ ਕੋਰਟ 'ਚ ਆਪਣੀ ਜੋ ਰਿਪੋਰਟਸ ਦਿੱਤੀਆਂ, ਉਹਨਾਂ ਦਾ ਅੱਜ ਵੀ ਇਹ ਗੱਲ ਕਹਿਣਾ ਕਿ ਵੀ ਮੇਰੀ ਜਿਹੜੀ ਜੋ ਮੈਂ ਰਿਪੋਰਟ ਦਿੱਤੀ ਉਹਦੇ ਤੇ ਪੂਰੀ ਤਰ੍ਹਾਂ ਨਜ਼ਰਸਾਨੀ ਨਹੀਂ ਕੀਤੀ ਗਈ। ਔਰ ਫਿਰ ਕਾਂਗਰਸ ਦੇ ਰਾਜ ਵਿੱਚ ਹੀ ਵੱਡੇ ਵੱਡੇ ਅਫਸਰ ਜਿਹੜੇ ਆ ਉਹ ਅਰੈਸਟ ਕੀਤੇ ਗਏ, ਔਰ ਉਹ ਕਾਂਗਰਸ ਦੇ ਰਾਜ ਵਿੱਚ ਹੀ ਉਹ ਜਿਹੜੇ ਅੰਦਰ ਰਹੇ, ਬੜਾ ਲੰਬਾ ਸਮਾਂ ਅੰਦਰ ਰਹੇ,
ਔਰ ਜ਼ਮਾਨਤਾਂ ਤੇ ਬਾਹਰ ਆਏ, ਉਹ ਅੱਜ ਵੀ ਉਹ ਕੇਸਾਂ ਦਾ ਸਾਹਮਣਾ ਕਰ ਰਹੇ ਆ। ਬੰਦੇ ਤਾਂ ਉਹੀ ਨੇ ਜਿਹੜੇ ਕਾਂਗਰਸ ਪਾਰਟੀ ਦੇ ਟਾਈਮ 'ਚ ਨੋਮੀਨੇਟ ਕੀਤੇ ਗਏ, ਉਹਨਾਂ ਤੋਂ ਇਲਾਵਾ ਇਹਨਾਂ ਨੇ ਕੋਈ ਹੋਰ ਨਵਾਂ ਬੰਦਾ ਨਹੀਂ ਫੜਿਆ, ਬਲਕਿ ਜਿਹੜੇ ਬੰਦੇ ਕਾਂਗਰਸ ਦੇ ਟਾਈਮ 'ਚ ਨੋਮੀਨੇਟ ਕੀਤੇ ਗਏ ਉਹਨਾਂ ਬੰਦਿਆਂ ਨੂੰ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਬਚਾਇਆ ਨਹੀਂ ਜਾ ਸਕਿਆ। ਕਾਂਗਰਸ ਦੇ ਰਾਜ ਵਿੱਚ ਹੋਇਆ ਮਰਡਰ, ਲੇਕਿਨ ਉਹਨਾਂ ਨੂੰ ਸਿਕਿਉਰਿਟੀ ਨਹੀਂ ਦੇ ਸਕੇ ਪ੍ਰੋਪਰ, ਇੱਕ ਮਾਈਨਰ ਜੀ ਸਿਕਿਉਰਿਟੀ ਹੁੰਦੇ ਹੋਏ ਵੀ ਉਹ ਮਾਰੇ ਗਏ। ਸੋ ਇਸ ਕਰਕੇ ਜੇ ਕਾਂਗਰਸ ਪਾਰਟੀ ਨੇ 2018 ਵਿੱਚ ਸੈਂਟਰਲ ਗਵਰਨਮੈਂਟ ਨੂੰ ਲਿਖ ਕੇ ਭੇਜਿਆ ਤਾਂ ਸੈਂਟਰਲ ਗਵਰਨਮੈਂਟ ਵੀ ਸੰਜੀਦਾ ਨਹੀਂ ਜਿਹੜੀ ਕਿ ਉਹ ਕਾਂਗਰਸ ਪਾਰਟੀ ਨੂੰ ਕੋਈ ਪਾਵਰਸ ਦਿੰਦੀ ਜਾਂ ਸਖਤ ਕਾਨੂੰਨ ਬਣਾਇਆ ਜਾਂਦਾ, ਜਦ ਕਿ ਸਾਰੀਆਂ ਪਾਰਟੀਆਂ ਇਹ ਚੱਲਦੀਆਂ ਨੇ ਕਿ ਪੰਜਾਬ ਦੀ ਅਮਨ ਤੇ ਸ਼ਾਂਤੀ ਲਈ ਪੰਜਾਬ ਇੱਕ ਬਾਰਡਰ ਸਟੇਟ ਹੈ, ਉੱਥੇ ਇਹ ਜਿਹੀਆਂ ਘਟਨਾਵਾਂ ਜਿਹੜੀਆਂ ਹਿਰਦੇ ਨੂੰ ਲੂ ਲੈਂਦੀਆਂ ਨੇ, ਇਹ ਜਿਹੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ। ਠੀਕ ਹੈ, ਠੀਕ ਨਹੀਂ, ਪਰ ਦੇਖੋ ਵੈਸੇ ਤੁਸੀਂ ਖੁਦ ਹੀ ਮੈਂਸ਼ਨ ਕਰ ਦਿੱਤਾ ਵਿਨੋਦ ਭਾਰਤੀ ਜੀ, ਤੁਸੀਂ ਜ਼ਿਕਰ ਕਰ ਦਿੱਤਾ ਕਿ ਆਮ ਆਦਮੀ ਪਾਰਟੀ 'ਚ ਪ੍ਰਦੀਪ ਦਾ ਕਤਲ ਹੋਇਆ ਕੋਟਕਪੁਰੇ, ਤੁਸੀਂ ਖੁਦ ਜ਼ਿਕਰ ਕਰ ਦਿੱਤਾ ਜੇਲ੍ਹ ਦੇ ਅੰਦਰ ਹੋਇਆ ਮਹਿੰਦਰਪਾਲ ਬਿੱਟੂ ਦਾ ਕਤਲ, ਜੇਲ੍ਹ ਦੇ ਅੰਦਰ ਨਾਭੇ 'ਚ, ਤੁਹਾਨੂੰ ਯਾਦ ਹੋਏਗਾ ਕਾਂਗਰਸ ਦੀ ਸੱਤਾ ਸੀ ਉਸ ਸਮੇਂ। ਕੰਗ ਸਾਹਿਬ ਜਵਾਬ ਦੇ ਦਿਓ ਸਰ। ਮੈਂ ਤਾਂ ਸਰ ਕਿਹਾ ਵੀ ਕੁਝ ਕਾਂਗਰਸ ਦੇ ਮੈਂ ਤਾਂ ਹੀ ਜ਼ਿਕਰ ਕਰ ਦਿੱਤਾ ਕਿ ਤੁਸੀਂ ਜ਼ਿਕਰ ਕਰ ਦਿੱਤਾ, ਦਰਸ਼ਕਾਂ ਨੂੰ ਵੀ ਯਾਦ ਹੋਵੇ ਨਾ, ਇਸ ਕਰਕੇ ਜ਼ਰੂਰੀ ਹੈ ਉਹਨਾਂ ਤੱਕ ਹਰ ਗੱਲ ਪਹੁੰਚੇ। ਕੰਗ ਸਾਹਿਬ ਕੀ ਗੌਰਵ ਜੀ, ਕੀ ਮੈਨੂੰ ਸਵਾਲ ਰਿਪੀਟ ਕਰਿਓ। ਸਵਾਲ ਤੁਹਾਡੇ ਤੱਕ ਘੁੰਮ ਫਿਰ ਕੇ ਹੀ ਆਂਦਾ ਹੈ ਕਿ ਮੈਂ ਖਾਸ ਤੌਰ ਤੇ ਬੀਜੇਪੀ ਦਾ ਸਵਾਲ ਜਾਣਨਾ ਤੁਹਾਡੇ ਤੋਂ ਪੁੱਛਣਾ ਚਾਹਾਂਗਾ। ਬੀਜੇਪੀ ਕਹਿੰਦੀ ਹੈ ਕਿ ਸੈਂਟਰ ਨੇ 2 ਸਵਾਲ ਪੁੱਛੇ ਨਾ ਤੁਹਾਨੂੰ, ਸਿਰਫ 2, ਨਹੀਂ ਕਿ ਤੁਸੀਂ ਪਹਿਲਾ ਕਿ ਐਕਸੈਸਿਵ ਹੈ ਇਹ, ਤੁਸੀਂ ਉਸ ਦੇ ਉੱਪਰ ਜਵਾਬ ਦੇ ਦਿਓ। ਦੂਜਾ ਤੁਹਾਨੂੰ ਸਵਾਲ ਉਹਨਾਂ ਨੇ ਸਿੰਪਲ ਪੁੱਛਿਆ ਕਿ ਸਾਰੇ ਧਰਮਾਂ ਦੇ ਲਈ ਹੋਏਗਾ ਕਿ ਬਾਕੀ ਧਰਮਾਂ ਨੂੰ ਲੈ ਕੇ ਤੁਹਾਡਾ ਕੀ ਸਟੈਂਡ ਹੈ, ਦੈਟਸ ਇਟ। ਤੁਸੀਂ ਜਵਾਬ ਦਿਓ, ਜਲਦੀ ਜਵਾਬ ਦਿਓ, ਜਲਦੀ ਅਗਲੀ ਗੱਲ ਹੋਵੇ, ਜਲਦੀ ਇਹ ਬਿੱਲ ਦੇ ਉੱਤੇ ਮੋਹਰ ਲੱਗ ਸਕੇ। ਨਹੀਂ ਇਹ ਝੂਠ ਬੋਲ ਰਿਹਾ। ਪਹਿਲੀ ਗੱਲ ਤੇ ਜਿਹੜਾ ਸਾਰੇ ਧਰਮਾਂ ਵਾਲੀ ਗੱਲ ਹੈ ਆਲਰੇਡੀ ਅਮੈਂਡ ਹੋ ਚੁੱਕਿਆ ਹੈ, ਇਹ ਸਾਡੀ ਸਰਕਾਰ ਹੋਣ ਤੋਂ ਪਹਿਲਾਂ ਹੀ ਹੋ ਗਿਆ। ਹੁਣ ਇੱਕ ਸਵਾਲ ਖੜਾ ਕੀਤਾ ਦੁਬਾਰਾ ਬੀਜੇਪੀ ਨੇ। ਮੈਂ ਤੁਹਾਨੂੰ ਵਿਚਾਲੇ ਰੋਕ ਰਿਹਾ ਸਰ, ਇੱਕ ਸੈਕਿੰਡ ਨਹੀਂ ਕੰਗ ਜੀ, ਦੇਖੋ ਜ਼ਰੂਰੀ ਹੈ, ਹਰ ਚੀਜ਼ ਦਾ ਜ਼ਿਕਰ ਹੋਣਾ ਜ਼ਰੂਰੀ ਹੈ। ਜਿਹੜਾ ਜਵਾਬ ਗਿਆ ਹੈ ਉਸ ਦੇ ਵਿੱਚ ਮੁੱਖ ਮੰਤਰੀ ਦੀ ਲੈਟਰ ਦੇ ਵਿੱਚ ਹੈ, ਇਨ ਦਿਸ ਕੰਟੈਕਸਟ ਆਈ ਵੁੱਡ ਲਾਈਕ ਟੂ ਬ੍ਰਿੰਗ ਯੋਰ ਕਾਈਂਡ ਨੋਟਿਸ ਦੈਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਜ਼ ਕੰਸੀਡਰਡ ਅ ਲਿਵਿੰਗ ਗੁਰੂ ਬਾਈ ਦਾ ਸਿੱਖਸ। ਸਰ ਬਾਕੀ ਧਰਮਾਂ ਦਾ ਜ਼ਿਕਰ ਨਹੀਂ ਹੈ ਨਾ, ਉਹ ਇਹੀ ਗੱਲ ਪੁੱਛ ਰਹੇ। ਨਹੀਂ ਇਹ ਜਿਹੜੀ ਪਨਿਸ਼ਮੈਂਟ ਵਾਸਤੇ ਜਿਹੜਾ ਬਿੱਲ ਪਾਸ ਹੋਇਆ ਗੌਰਵ ਜੀ, ਸਾਰੇ ਧਰਮਾਂ ਦੇ ਧਾਰਮਿਕ ਗ੍ਰੰਥਾਂ ਲਈ ਹੋਇਆ। ਉਹ ਤਾਂ ਉੱਪਰ ਮੈਂਸ਼ਨਡ ਹੈ ਸਰ, ਉਹ ਤਾਂ ਉੱਪਰ ਮੈਂਸ਼ਨਡ ਹੈ, ਮੈਂ ਪਹਿਲਾਂ ਬੋਲਿਆ। ਮੈਂ ਦੱਸ ਦਿੰਦਾ ਹਾਂ, ਗੱਲ ਕਰ ਲਓ। ਸੀਐਮ ਸਾਹਿਬ ਨੇ ਜਿਹੜਾ ਮੈਂਸ਼ਨ ਕੀਤਾ ਹੈ ਨਾ ਜੀ, ਉਹਦਾ ਮਕਸਦ ਇਹ ਆ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਵਧੀਆ ਪੰਜਾਬ 'ਚ ਇਹ ਜ਼ਿਆਦਾ ਹੋ ਰਹੀਆਂ, ਇਸ ਕਰਕੇ ਉਹਨਾਂ ਨੇ ਉਹਨੂੰ ਸਪੈਸ਼ਲੀ ਮੈਂਸ਼ਨ ਕੀਤਾ ਆ, ਕਿਉਂਕਿ ਬੀਜੇਪੀ ਨੂੰ ਲੈ ਕੇ ਸੀਰੀਅਸ ਨਹੀਂ ਗਈ। ਹੁਣੇ ਬੀਜੇਪੀ ਦੇ ਸਪੋਕਸਪਰਸਨ ਵੀ ਕਹਿ ਗਏ ਵੀ ਇਹ ਤਾਂ ਬਾਕੀ ਧਰਮ ਹੈ, ਇਸ ਕਰਕੇ ਸਾਨੂੰ ਇਹ ਸਿੱਖ ਧਰਮ ਕੱਲਾ ਹੁੰਦਾ ਫਿਰ ਕੰਸੀਡਰ ਨਹੀਂ ਕਰਨਾ ਸੀ। ਇਹਦਾ ਮਤਲਬ ਨੀਅਤ, ਇਹਨਾਂ ਦੀ ਨੀਅਤ ਖੋਟ ਹੈ ਨਾ। ਮੈਂ ਇਹੀ ਕਹਿ ਰਿਹਾ। ਹੁਣ ਸਵਾਲ ਇਹਨਾਂ ਨੇ ਖੜਾ ਕਰਤਾ ਵੀ ਇਹ ਪਨਿਸ਼ਮੈਂਟ ਜ਼ਿਆਦਾ ਹੈ। ਜ਼ਿਆਦਾ ਕਿਉਂ ਹੋ ਸਕਦੀ ਹੈ? ਸਾਡੇ ਵਾਸਤੇ ਤੇ ਮਰ ਮਰਾਉਣ ਦੀ ਗੱਲ ਆ ਜਾਂਦੀ ਇੱਥੇ ਤੇ ਕਿਸ ਹੱਦ ਤੱਕ ਲੋਕਾਂ ਦੇ ਵੜੁੰਦਰੇ ਆ ਦਿਲ, ਕਿਸ ਹੱਦ ਤੱਕ ਬੇਅਦਬੀਆਂ ਹੋਈਆਂ, ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕੀਆਂ, ਉਸ ਚੀਜ਼ ਨੂੰ ਸੀਰੀਅਸ ਨਹੀਂ ਲੈ ਰਹੇ। ਇਹੀ ਤਾਂ ਮਸਲਾ ਹੈ। ਇੱਥੇ ਵਾਰ-ਵਾਰ ਪੈਂਡਿੰਗ ਕਰ ਰਹੇ, ਉਸ ਚੀਜ਼ ਨੂੰ ਡਿਲੇ ਕਰ ਰਹੇ ਆ, ਉਹਦੇ ਨਾਲ ਕਿਤੇ ਨਾ ਕਿਤੇ ਬੇਅਦਬੀ ਕਰਨ ਵਾਲਿਆਂ ਦੀ ਹਿੰਮਤ ਵੱਧਦੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਵੀ ਸੈਂਟਰ ਨੂੰ ਸੋਚਣਾ ਚਾਹੀਦਾ ਹੈ ਵੀ ਇਹਦੇ ਤੇ ਇਮੀਡੀਏਟਲੀ ਇਹ ਬਿੱਲ ਤੇ ਮੋਹਰ ਲਾਉਣ, ਇਹ ਕਾਨੂੰਨੀ ਰੂਪ ਲਵੇ ਔਰ ਉਸ ਹਿਸਾਬ ਨਾਲ ਸਜ਼ਾਵਾਂ। ਧਾਲੀਵਾਲ ਸਾਹਿਬ ਛੋਟਾ ਜਿਹਾ ਰਿਐਕਸ਼ਨ ਸਰ ਤੁਹਾਡਾ। ਟਾਂਡਾ ਸਾਹਿਬ ਮੈਂ ਤੁਹਾਡੇ ਕੋਲ ਆ ਰਿਹਾ। ਧਾਲੀਵਾਲ ਜੀ, ਮੈਂ ਵਾਰ-ਵਾਰ ਕੰਗ ਸਾਹਿਬ ਰਿਪੀਟ ਕਰ ਰਹੇ ਆ, ਉਹ ਇੱਕੋ ਪੁਆਇੰਟ ਨੂੰ ਰਿਪੀਟ ਕਰ ਰਹੇ ਆ ਸਾਰੀ ਡਿਬੇਟ ਦੇ ਵਿੱਚ ਵੀ ਕੀ ਇਹ ਸਜ਼ਾ ਜਿਹੜੀ ਹੈਗੀ ਆ ਜ਼ਿਆਦਾ। ਉਹ ਭਾਈ ਉਹ ਤੁਹਾਡੇ ਤੋਂ ਪੁੱਛਿਆ ਉਹਨਾਂ ਨੇ ਵੀ ਤੁਸੀਂ ਇਹੀ ਚਾਹੁੰਦੇ, ਤੁਸੀਂ ਕਹੋ ਹਾਂ ਭਾਈ ਅਸੀਂ ਇਹੀ ਚਾਹੁੰਦੇ ਆ। ਤੁਸੀਂ ਉਹਨੂੰ ਜੇ ਤੁਹਾਡੇ ਤੋਂ ਇਹ ਪੁੱਛ ਲਿਆ ਹੈ ਕਿ ਡਿਪਲੋਮੇਸੀ, ਤੁਸੀਂ ਉਹਨੂੰ ਜਿਹੜਾ ਕਿ ਸਿਆਸਤ ਦਾ ਰੂਪ ਕਿਉਂ ਦੇ ਰਹੇ ਹੋ? ਤੁਸੀਂ ਆਪਦਾ ਕੰਮ ਨਿਬੇੜੋ, ਜਿੰਨੀ ਛੇਤੀ ਤੁਸੀਂ ਨਿਬੇੜੋਗੇ ਉਨੀ ਛੇਤੀ ਅਗਲੇ ਕੰਮ ਕਰ ਦੇਣਗੇ। ਤਾਂ ਉਹਨੂੰ ਵਾਰ-ਵਾਰ ਇਸ ਗੱਲ ਨੂੰ ਰਿਪੀਟ ਕਰ ਰਿਹਾ ਵੀ ਉਹਨੇ ਸਾਨੂੰ ਪੁੱਛ ਲਿਆ। ਜੇ ਉਹਨਾਂ ਨੇ ਇਹ ਪੁੱਛ ਲਿਆ ਵੀ ਸਾਰੇ ਧਰਮਾਂ ਤੇ ਲਾਗੂ ਕਰਨਾ, ਤਾਂ ਵੀ ਉਹਨੂੰ ਤੁਸੀਂ ਸਿਆਸਤਦਾਨ ਜਵਾਬ ਲੈ ਲਓ। ਠੀਕ ਹੈ ਭਾਈ, ਤਾਂ ਵੀ ਜਿਹੜਾ ਹੈਗਾ ਤੁਹਾਡਾ ਮਤਲਬ ਕਿ ਉੱਤੇ ਰਿਐਕਸ਼ਨ ਸਿਆਸਤੀ ਹੈ। ਇਹ ਡਿਪਲੋਮੇਸੀ ਦਾ ਕੰਮ ਹੈ, ਸਟੇਟ ਤੇ ਸੈਂਟਰ ਗਵਰਨਮੈਂਟ ਨੇ ਕਰਨਾ ਹੈ। ਇਹ ਕੰਗ ਸਾਹਿਬ ਨੇ ਤੇ ਕੁਲਦੀਪ ਢਾਲੀਵਾਲ ਨੇ ਇੱਥੇ ਨਿਊਜ਼ 18 ਤੇ ਨਹੀਂ ਕਰਨਾ। ਨਹੀਂ ਉਹ ਤੁਹਾਡੀ ਗੱਲ ਵੈਲਿਡ ਹੈ ਸਰ, ਪਰ ਗੱਲ ਹੈ ਕਿ ਚਰਚਾ ਤਾਂ ਹੁੰਦੀ ਹੈ ਨਾ। ਤੁਸੀਂ ਬੀਜੇਪੀ ਨੂੰ ਰਿਪਰੈਜ਼ੈਂਟ ਕਰ ਰਹੇ ਹੋ, ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰ ਰਹੇ ਨੇ। ਜਦੋਂ ਨਿਊਜ਼ 18 ਦੇ ਉੱਤੇ ਬੈਠ ਕੇ, ਹੁਣ ਕਿਸੇ ਮੰਤਰਾਲੇ ਦੇ ਅੰਦਰ ਬੈਠ ਕੇ ਜਿਹੜੀ ਮੀਟਿੰਗ ਚੱਲ ਰਹੀ ਹੈ ਉਹ ਨਿਊਜ਼ 18 ਲਾਈਵ ਥੋੜੀ ਦਿਖਾਏਗਾ ਨਾ।
ਫਿਰ ਇਸੇ ਕਰਕੇ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਨੇ ਕਿ ਅੰਦਰ ਕੀ ਗੱਲਾਂ ਚੱਲ ਰਹੀਆਂ, ਤੁਸੀਂ ਉਹਨਾਂ ਤੱਕ, ਤੁਹਾਡੇ ਤੱਕ ਗੱਲ ਪਹੁੰਚੇ, ਲੋਕਾਂ ਤੱਕ ਪਹੁੰਚੇ। ਕੰਗ ਜੀ ਇਹ ਸਵਾਲ ਇੱਕ ਕਰਕੇ ਸਰ, ਇੱਕ ਕਰਕੇ ਪਲੀਜ਼ ਕੰਗ ਜੀ ਕੰਪਲੀਟ ਕਰ ਲਓ, ਆਪਣੇ ਕੋਲ ਸਮਾਂ ਬਹੁਤ ਪੂਰਾ ਮੈਂ ਸਭ ਦਾ ਰਿਐਕਸ਼ਨ ਲੈਣਾ ਇੱਕ। ਦੇਖੋ, ਮੁੱਖ ਮੰਤਰੀ ਜੀ ਤੇ 24 ਤਰੀਕ ਨੂੰ ਚਿੱਠੀ ਲਿਖ ਚੁੱਕੇ ਆ। ਇਹ ਸਵਾਲ ਤੇ ਭਾਜਪਾ ਤੁਹਾਡੇ ਤੇ ਖੜਾ ਕਰ ਰਹੀ ਵੀ ਤੁਸੀਂ ਡਿਬੇਟ ਕਿਉਂ ਕਰਾ ਰਹੇ ਹੋ। ਇਹ ਤੁਹਾਡੇ ਤੇ ਸਵਾਲ ਹੈ, ਸਾਡੇ ਤੇ ਸਵਾਲ ਨਹੀਂ। ਅਸੀਂ ਤੇ ਚਿੱਠੀ ਦਾ ਜਵਾਬ ਦੇ ਚੁੱਕੇ ਹਾਂ ਆਲਰੇਡੀ 24 ਤਰੀਕ ਨੂੰ। ਲੇਕਿਨ ਟੀਵੀ ਚੈਨਲਾਂ ਤੇ ਡਿਬੇਟ ਕਿਉਂ ਨਹੀਂ ਹੋਊਗੀ? ਜਿਹੜੀ ਗੱਲ ਸਰਕਾਰਾਂ ਦੇ ਫੈਸਲਿਆਂ ਤੇ ਡਿਬੇਟ ਹੋਣੀ ਚਾਹੀਦੀ ਆ, ਫਿਰ ਤੇ ਇਹਨਾਂ ਨੂੰ ਕਾਹਦਾ ਇਤਰਾਜ਼ ਹੈ? ਇਸ ਕਰਕੇ ਜਿਹੜਾ ਸੈਂਟਰ ਨੇ ਸਵਾਲ ਖੜਾ ਕੀਤਾ ਔਰ ਤੇ ਤੁਸੀਂ ਡਿਬੇਟ ਰੱਖੀ, ਮੈਂ ਉਹਤੇ ਜਵਾਬ ਦੇ ਰਿਹਾ। ਠੀਕ ਹੈ, ਤਾਂ ਮੈਂ ਇਹ ਸ਼ੰਕਾ ਜ਼ਾਹਿਰ ਕਰ ਰਿਹਾ ਵੀ ਸੈਂਟਰ ਨੂੰ ਇਹੋ ਜਿਹੇ ਸਵਾਲ ਨਹੀਂ ਖੜੇ ਕਰਨੇ ਚਾਹੀਦੇ। ਕਿਆ ਗੁਰੂ ਸਾਹਿਬ ਦੀ ਬੇਅਦਬੀ ਵਾਸਤੇ ਲਾਈਫ ਇੰਪ੍ਰਿਜ਼ਨਮੈਂਟ ਘੱਟ ਹੈ? ਕਿ ਬੀਜੇਪੀ ਮੰਨਦੀ ਹੈ ਵੀ ਇਹ ਜ਼ਿਆਦਾ ਸਜ਼ਾ ਹੈ, ਇਸ ਤੋਂ ਘੱਟ ਹੋਣੀ ਚਾਹੀਦੀ ਹੈ? ਬੀਜੇਪੀ ਦੱਸੇ ਘੱਟ। ਇਹ ਸਵਾਲ ਕਿਉਂ ਖੜਾ ਕੀਤਾ? ਇਹਨਾਂ ਨੇ ਖੜਾ ਕੀਤਾ ਨਾ। ਚਲੋ ਮੈਂ ਇੱਕ ਰਿਐਕਸ਼ਨ ਲਵਾਂ। ਆਪਾਂ ਬਿਲਕੁਲ ਕਨਕਲੂਡ ਵਾਲੇ ਪਾਸੇ ਵੱਧ ਰਹੇ ਹੁਣ ਇਸ ਚਰਚਾ ਨੂੰ। ਮੈਂ ਟਾਂਡਾ ਸਾਹਿਬ ਦਾ ਰੁਖ ਕਰਦਾ। ਹੁਣ ਦੋ ਚੀਜ਼ਾਂ ਨੇ, ਇੱਕ ਇਹ ਹੈ ਕਿ ਕਾਨੂੰਨ ਬਹੁਤ ਸਖਤ ਹੋਵੇ ਤਾਂ ਬ੍ਰੇਕ ਲੱਗ ਸਕਦੀ ਹੈ ਬੇਅਦਬੀਆਂ ਦੇ ਉੱਤੇ, ਕਿ ਦੂਜਾ ਬਦਲ ਵੀ ਕੋਈ ਹੈ ਕਿ ਨਹੀਂ ਹੈ। ਟਾਂਡਾ ਸਾਹਿਬ ਦੇਖੋ, ਅਕਾਲੀ ਦਲ ਦਾ ਜਦੋਂ ਜ਼ਿਕਰ ਹੁੰਦਾ ਫਿਰ ਐਸਜੀਪੀਸੀ ਦਾ ਵੀ ਹੁੰਦਾ ਹੈ। ਫਿਰ ਗੱਲ ਹੁੰਦੀ ਹੈ ਕਿ ਐਸਜੀਪੀਸੀ ਆਪਣੇ ਪੱਧਰ ਉੱਤੇ ਬਹੁਤ ਸਾਰੇ ਕੰਮ ਕਰ ਦੇਵੇ ਤਾਂ ਸ਼ਾਇਦ ਰੁਕ ਜਾਏ ਪੂਰਾ ਬੇਅਦਬੀ ਵਾਲਾ ਘਟਨਾਕ੍ਰਮ। ਸਰਕਾਰ ਆਪਣੇ ਪੱਧਰ ਤੇ ਬਹੁਤ ਸਾਰੇ ਕੰਮ ਕਰ ਦੇਵੇ ਤਾਂ ਸ਼ਾਇਦ ਰੁਕ ਜਾਵੇ। ਟਾਂਡਾ ਸਾਹਿਬ, ਸਭ ਤੋਂ ਪਹਿਲਾਂ ਤਾਂ ਜੀ ਤਾਨਾ ਬਾਣਾ ਸਮਝੋ। ਤਾਨਾ ਬਾਣਾ ਇਹ ਹੈ ਕਿ ਦਾਦੂਵਾਲ ਨੂੰ ਯੂਜ਼ ਕਰਕੇ ਹਰਿਆਣੇ ਦੀ ਐਸਜੀਪੀਸੀ ਪੰਨੀ, ਫਿਰ ਬੇਅਦਬੀ ਕਰਾਈ, ਫਿਰ ਬੇਅਦਬੀ ਦੀ ਸਿਆਸਤ ਤੇ ਦੋਨੇ ਪਾਰਟੀਆਂ ਨੇ ਕੀਤੀ, ਕਾਂਗਰਸ ਨੇ ਵੀ, ਆਮ ਆਦਮੀ ਪਾਰਟੀ ਨੇ ਵੀ। ਫਿਰ ਉਹ ਸਿਆਸਤ ਐਡੀ ਮਗਾਤੀ ਕਿ ਕੈਪਟਨ ਅਮਰਿੰਦਰ ਦਾ ਰਾਜ ਆ ਗਿਆ, ਨਾ ਤਾਂ ਕੱਖ ਨਹੀਂ ਕਰ ਹੋਇਆ, ਇਹਨਾਂ ਦੇ ਸਮੇਂ ਬੇਅਦਬੀਆਂ ਹੋਈਆਂ। ਉਹਦੇ ਬਾਅਦ ਫਿਰ ਇੱਕ ਕਾਨੂੰਨ ਬਣਾ ਕੇ ਪੱਲਿਓ ਝਾੜਿਆ, ਕਾਨੂੰਨ ਬਣਾ ਕੇ ਭੇਜਤਾ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ। ਹੁਣ ਕੰਗ ਸਾਹਿਬ ਦੀ ਐਡਮਿਸ਼ਨ ਹੈ ਇਹ ਹੁਣ ਤੁਹਾਡੇ ਚੈਨਲ ਤੇ ਕਿ ਬੇਅਦਬੀਆਂ ਵੱਧ ਗਈਆਂ ਪੰਜਾਬ 'ਚ, ਇਸ ਕਰਕੇ ਕਾਨੂੰਨ ਸਖਤ ਕਰੋ। ਇਹੀ ਮੈਂ ਦੱਸਣਾ ਚਾਹੁੰਦਾ ਹੈ, ਕਿਉਂ ਮੋਹਾਲੀ ਵਾਲਾ ਬੰਦਾ ਮਰਿਆ, ਕਿਉਂ ਉਹਦੇ ਪਿਛੋਕੜ ਨਹੀਂ ਕੱਢਿਆ ਗਿਆ, ਕਿਉਂ ਜਿਹੜੇ ਪਹਿਲੇ ਫੜੇ ਸੀ ਉਹ ਬੰਦੇ ਮਰੇ, ਕਿਉਂਕਿ ਇਹਦੇ ਪਿੱਛੇ ਸਾਜ਼ਿਸ਼ ਹੈ। ਬੇਅਦਬੀਆਂ ਲੋਕੀ ਨਹੀਂ ਕਰਦੇ, ਜਿਹੜੇ ਕਰਨ ਆਉਂਦੇ ਆ ਉਹਨਾਂ ਤੋਂ ਕਰਾਈਆਂ ਜਾਂਦੀਆਂ। ਜਿਹੜਾ ਸਿੰਘੂ ਬਾਰਡਰ ਤੇ ਬਾਹਾਂ ਵਢਾਈਆਂ ਗਈਆਂ ਨਿਹੰਗ ਤੋਂ, ਉਹ ਬੀਜੇਪੀ ਨੇ ਵਢਵਾਈਆਂ ਸਿੱਧੀਆਂ। ਪਿੰਕੀ ਕੈਟ ਯੂਜ਼ ਕੀਤਾ, ਮੈਂ ਸਾਰਾ ਦੱਸਦਾ। ਅੱਜ ਪਾਕਿਸਤਾਨ 'ਚ ਇਹੀ ਹੋ ਰਿਹਾ ਹੈ ਕਿ ਪਾਕਿਸਤਾਨ 'ਚ ਵੀ ਅੱਜ ਮਰਵਾਨ ਭੇਜ ਰਹੇ ਸੀ ਬੰਦੇ। ਰਾਤੀ ਉਹਨਾਂ ਦੇ ਹੋਮ ਮਿਨਿਸਟਰ ਨੇ ਦੱਸਿਆ ਕਿਸ ਤਰ੍ਹਾਂ ਆਪ ਹੀ ਬੰਦੇ ਮਰਵਾਨ ਭੇਜ ਰਹੇ ਸੀ। ਇਹ ਬੇਅਦਬੀ ਕਰਾਈ ਜਾਂਦੀ ਹੈ। ਮੇਰੇ ਇੱਕ ਸਵਾਲ ਦਾ ਜਵਾਬ ਇਹ ਦੋਨੇ ਨਹੀਂ ਦਿੰਦੇ, ਨਾ ਕਾਂਗਰਸ ਵਾਲੇ, ਨਾ ਆਪ ਵਾਲੇ, ਨਾ ਬੀਜੇਪੀ ਵਾਲੇ। ਸੀਬੀਆਈ ਨੇ ਕਲੋਜ਼ਰ ਰਿਪੋਰਟ ਕਿਉਂ ਦਿੱਤੀ? ਇਹ ਬੇਅਦਬੀ 'ਚ ਚਾਹੇ ਘੱਟ ਸਜ਼ਾ ਹੈ, ਉਹ ਕਿਉਂ ਨਹੀਂ ਹੋਈ? ਅੱਜ ਤੱਕ ਕਿਉਂ ਨਹੀਂ ਹੋਈ? 10 ਸਾਲ ਹੋ ਗਏ। ਘੱਟ ਸਜ਼ਾ ਹੈ ਉਹ ਤਾਂ ਹੋਵੇ। ਤੁਸੀਂ ਵਧਾਉਣ ਦੀ ਸਜ਼ਾ ਗੱਲ ਕਰਦੇ ਹੋ, ਡਿਸਟਰੈਕਟ ਕਰਦੇ ਹੋ। ਤੁਸੀਂ ਦੱਸੋ ਸਜ਼ਾ ਕਿਉਂ ਨਹੀਂ ਹੋਈ? ਜਿਹੜਾ ਕਾਨੂੰਨ ਦੱਸਦਾ ਅੱਜ ਦਾ ਕਾਨੂੰਨ, ਉਹਦੀ ਸਜ਼ਾ ਕਿਉਂ ਨਹੀਂ ਹੋਈ? ਸਾਨੂੰ ਤਾਂ ਤਕਲੀਫ ਆ ਹੈ। ਠੀਕ ਹੈ, ਵਿਨੋਦ ਭਾਰਤੀ ਜੀ, ਫਾਈਨਲ ਕਮੈਂਟ ਤੁਹਾਡਾ ਚਾਹਾਂਗਾ ਸਰ। ਕਿ ਸਖਤ ਕਾਨੂੰਨ ਇੱਕੋ ਇੱਕ ਬਦਲ ਹੈ, ਜਾਂ ਤੁਹਾਨੂੰ ਲੱਗਦਾ ਕਿ ਕੋਈ ਹੋਰ ਹਿੱਲਾ ਵਸੀਲਾ ਵੀ ਹੈ, ਕੋਈ ਹੋਰ ਹੱਲ ਵੀ ਹੈ ਕਾਂਗਰਸ ਦੀ ਨਜ਼ਰ ਦੇ ਨਾਲ, ਜਿਸ ਦੇ ਜ਼ਰੀਏ ਬੇਅਦਬੀਆਂ ਨੂੰ ਰੋਕਿਆ ਜਾ ਸਕੇ? ਦੇਖੋ, ਪਹਿਲੀ ਗੱਲ ਤਾਂ ਗੌਰਵ ਜੀ, ਮੈਂ ਇੱਕ ਗੱਲ ਕਲੀਅਰ ਕਰਨੀ ਚਾਹਨਾ ਵੀ ਸਾਡੇ ਅਕਾਲੀ ਦਲ ਦੇ ਪ੍ਰਵਕਤਾ ਬਹੁਤ ਅੱਛੇ ਵਕੀਲ ਹੈ। ਉਹਨਾਂ ਨੇ ਓਪਨਲੀ ਇਲਜ਼ਾਮ ਲਗਾਇਆ ਆਮ ਆਦਮੀ ਪਾਰਟੀ ਤੇ। ਹੁਣ ਆਮ ਆਦਮੀ ਪਾਰਟੀ ਨੇ ਤਿੰਨਾਂ ਪਾਰਟੀਆਂ ਤੇ ਇਲਜ਼ਾਮ ਲਾਤਾ ਵੀ ਇਹਨਾਂ ਨੇ ਇਹ ਕਰਾਇਆ। ਸੀਬੀਆਈ ਦੀ ਗੱਲ ਚੱਲੀ, ਕਾਂਗਰਸ ਪਾਰਟੀ ਨੇ ਸੀਬੀਆਈ ਤੋਂ ਫਾਈਲ ਵਾਪਸ ਮੰਗਾਉਣ ਲਈ ਬਹੁਤ ਚਿਰ ਲਾਇਆ। ਬੜੀ ਦੇਰ ਉਹਨਾਂ ਨੇ ਫਾਈਲ ਹੀ ਪੈਂਡਿੰਗ ਲਈ ਰੱਖੀ, ਔਰ ਬਾਅਦ ਵਿੱਚ ਐਲੀਗੇਸ਼ਨ ਕਾਂਗਰਸ ਤੇ ਲੱਗਿਆ ਵੀ ਇਹ ਜਲਦੀ ਨਹੀਂ ਕਰਾਉਂਦੇ, ਜਦ ਕਿ ਅਕਾਲੀ ਔਰ ਬੀਜੇਪੀ ਦੀ ਸਾਂਝ ਸੀ। ਔਰ ਇਹਨਾਂ ਨੇ ਆਪ ਪਹਿਲਾਂ ਫਾਈਲ ਭੇਜਤੀ, ਫਿਰ ਉਸ ਤੋਂ ਬਾਅਦ ਜਦੋਂ ਕਾਂਗਰਸ ਪਾਰਟੀ ਨੇ ਕਿਹਾ ਕਿ ਅਸੀਂ ਕੈਪੇਬਲ ਆ, ਅਸੀਂ ਇਹਦੀ ਇਨਕੁਆਇਰੀ ਕਰਾਂਗੇ, ਸੀਬੀਆਈ ਨਹੀਂ ਕਰ ਪਾ ਰਹੀ, ਤਾਂ ਉਸ ਫਾਈਲ ਨੂੰ ਡਿਲੇ ਕੀਤਾ ਗਿਆ। ਇਹ ਸੀਗਾ ਡਿਲੇ ਦਾ ਕਾਰਨ। ਦੂਜੀ ਗੱਲ ਜਿਹੜੀ ਕੰਗ ਸਾਹਿਬ ਨੇ ਕਹੀ ਹੈ ਕਿ ਜੀ ਇਹ ਕਾਂਗਰਸ ਵਾਲੇ ਕਰਾ ਰਹੇ, ਬੀਜੇਪੀ ਵਾਲੇ ਕਰਾ ਰਹੇ, ਅਕਾਲੀ ਦਲ ਵਾਲੇ ਕਰਾ ਰਹੇ। ਮੈਂ ਇੱਕ ਗੱਲ ਪੁੱਛਣੀ ਚਾਹਨਾ, ਕੰਗ ਸਾਹਿਬ ਤੁਹਾਨੂੰ 1 ਸਾਲ ਹੋ ਗਿਆ, 1.25 ਸਾਲ, ਉਹ ਤੁਸੀਂ ਕਿਹੜੇ ਬੰਦੇ ਆ ਉਹ ਅਜੇ ਤੱਕ ਨੋਮੀਨੇਟ ਹੀ ਨਹੀਂ ਕਰ ਸਕੇ? ਦੱਸੋ ਤਾਂ ਸਹੀ। ਔਰ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਵਿਧਾਨ ਸਭਾ ਦੇ ਵਿੱਚ ਇਹਨਾਂ ਕੋਲੋਂ ਟਾਈਮ ਮੰਗਿਆ ਵੀ ਮੈਨੂੰ 10 ਮਿੰਟ ਦਿਓ, ਮੈਂ ਇਹਦੇ ਤੇ ਬੋਲਣਾ ਚਾਹਨਾ, ਬੇਅਦਬੀ ਦੇ ਮੈਟਰ ਤੇ ਬੋਲਣਾ ਚਾਹਨਾ। ਔਰ ਸਪੀਕਰ ਸਾਹਿਬ ਨੇ ਸਮਾਂ ਨਹੀਂ ਦਿੱਤਾ ਕੰਗ ਸਾਹਿਬ ਨੂੰ।
ਕੰਗ ਸਾਹਿਬ ਨੂੰ ਪੁੱਛਣਾ ਚਾਹਨਾ ਵੀ ਵਿਧਾਨ ਸਭਾ ਦੇ ਵਿੱਚ ਆਮ ਆਦਮੀ ਪਾਰਟੀ ਨੇ ਟਾਈਮ ਕਿਉਂ ਨਹੀਂ ਦਿੱਤਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬੋਲਣ ਦਾ? ਕਿਉਂਕਿ ਇਹਨਾਂ ਦੀ ਆਪਣੀ ਚਲੋ ਆਪਾਂ ਜਵਾਬ ਲਵਾਂਗੇ ਸਰ। ਮੈਂ ਕਨਕਲੂਡ ਕਰਨਾ ਮੈਂ ਫਾਈਨਲ ਰਿਐਕਸ਼ਨ ਲਵਾਂਗਾ ਮਲਵਿੰਦਰ ਕੰਗ ਜੀ ਤੋਂ। ਉਸ ਤੋਂ ਪਹਿਲਾਂ ਰੁਕ ਕਰਦਾ ਹੈ ਕੁਲਦੀਪ ਧਾਲੀਵਾਲ ਜੀ ਦਾ, ਬੀਜੇਪੀ ਦਾ। ਧਾਲੀਵਾਲ ਸਾਹਿਬ, ਤੁਹਾਡੇ ਵਿਰੋਧੀ ਸਾਰੇ ਤੁਹਾਡੇ ਉੱਤੇ ਇਹੀ ਸਵਾਲ ਚੁੱਕ ਰਹੇ ਨੇ ਕਿ ਆਖਿਰ ਡਿਲੇ ਕਿਉਂ ਕੀਤਾ ਜਾ ਰਿਹਾ ਹੈ। ਦੂਜਾ ਇਹ ਵੀ ਗੱਲ ਕਿ ਵਾਕਈ ਹੀ ਸਖਤ ਕਾਨੂੰਨ। ਦੇਖੋ, ਮੈਂ ਸਪਸ਼ਟ ਕਰਦਾ ਤੁਹਾਡੇ ਦਰਸ਼ਕਾਂ ਨੂੰ, ਭਾਰਤੀ ਜਨਤਾ ਪਾਰਟੀ ਬੇਅਦਬੀਆਂ ਨੂੰ ਲੈ ਕੇ ਬਹੁਤ ਗੰਭੀਰ ਹੈ ਔਰ ਸਖਤ ਕਾਨੂੰਨ ਦੇ ਹੱਕ ਦੇ ਵਿੱਚ। ਜਿਹੜਾ ਡਿਪਲੋਮੈਸੀ ਹੈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵਿੱਚ, ਉਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਲਟਕਾਉਣ ਦੇ ਲਈ, ਕੇਂਦਰ ਸਰਕਾਰ ਜ਼ਿੰਮੇਵਾਰ ਨਹੀਂ। ਅੱਜ ਤੁਸੀਂ ਔਰ ਜਿਹੜੀ ਕਨਵਿਕਸ਼ਨ ਦੀ ਗੱਲ ਵੀ ਹੋ ਗਈ ਅੱਜ ਆਪਣੀ ਡਿਬੇਟ ਦੇ ਵਿੱਚ ਵੀ ਇਹ 2% ਕਨਵਿਕਸ਼ਨ ਵੀ ਨਹੀਂ ਕਰਾ ਪਾਏ ਸਧਾਰਨ ਕਾਨੂੰਨ 'ਚ ਵੀ, ਔਰ ਜਿਹੜੇ ਗਵਾਹ ਉਹ ਵੀ ਮਰੀ ਜਾਂਦੇ ਆ, ਜਿਹੜੇ ਬੰਦਿਆਂ ਨੇ ਕੀਤੀਆਂ ਉਹ ਵੀ ਮਰੀ ਜਾਂਦੇ ਆ, ਤੇ ਕਾਨੂੰਨ ਦੀ ਗੱਲ ਕਿੱਥੇ ਆ ਗਈ? ਪਹਿਲਾਂ ਉਹਨਾਂ ਨੂੰ ਤਾਂ ਸੰਭਾਲ ਲਓ। ਜਦੋਂ ਤੁਸੀਂ ਜਿਹੜੇ ਬੰਦੇ ਨੂੰ ਫੜਿਆ ਜੇ ਉਹ ਤੁਹਾਡੇ ਕੋਲ ਸੁਰੱਖਿਅਤ ਹੈ, ਉਹਨੂੰ ਕਨਵਿਕਸ਼ਨ ਤੇ ਲੈ ਕੇ ਜਾਓਗੇ, ਕਾਨੂੰਨ ਚਲੋ ਮੈਂ ਫਾਈਨਲ ਰਿਐਕਸ਼ਨ ਲਵਾਂ ਸਰ, ਮੇਰੇ ਕੋਲ ਸਮਾਂ ਖਤਮ ਹੋ ਗਿਆ। ਤੁਹਾਡੀ ਗੱਲ ਆ ਗਈ ਹੈ, ਪਲੀਜ਼ ਤੁਹਾਡੀ ਗੱਲ ਆ ਗਈ ਹੈ। ਕੰਗ ਸਾਹਿਬ, ਜਿਸ ਪੁਆਇੰਟ ਤੋਂ ਸ਼ੁਰੂ ਕੀਤਾ ਸੀ ਨਾ, ਉਸ ਤੋਂ ਬਿਲਕੁਲ ਆਪੋਜ਼ਿਟ ਪੁਆਇੰਟ ਦੇ ਉੱਤੇ ਆਪਾਂ ਖੜੇ ਹਾਂ ਕਿ ਸਖਤ ਕਾਨੂੰਨ ਚਾਹੀਦਾ ਹੈ, ਸਮਝ ਆ ਰਿਹਾ ਹੈ, ਪਰ ਲੋਕ ਇਹ ਵੀ ਕਹਿ ਰਹੇ ਨੇ ਕਿ ਕਾਨੂੰਨ ਬਣ ਗਿਆ ਫਿਰ ਉਹ ਵੀ ਕਨਵਿਕਸ਼ਨ ਨਾ ਹੋਵੇ ਉਸ ਕੇਸ ਦੇ ਵਿੱਚ, ਤਾਂ ਫਿਰ ਫਾਇਦਾ ਕੀ? ਸਵਾਲ ਇਹੀ ਹੈ ਕਿ ਜਿਹੜਾ ਵੀ ਕਾਨੂੰਨ ਇਸ ਸਮੇਂ ਹੈ, ਜਿੰਨੀ ਵੀ ਸਜ਼ਾ ਉਸ ਦੇ ਵਿੱਚ, ਉਹ ਤਾਂ ਮਿਲ ਜਾਏ, ਉਹ ਵੀ ਨਹੀਂ ਮਿਲ ਰਹੀ। ਦੇਖੋ ਗੌਰਵ ਜੀ, ਪਹਿਲੀ ਗੱਲ, ਦੋ ਤਿੰਨ ਸਵਾਲ ਹੈ। ਪਹਿਲੀ ਗੱਲ ਤੇ ਹਰਿਆਣਾ ਦੀ ਕਮੇਟੀ ਦਾ ਜ਼ਿਕਰ ਆਇਆ। ਹਰਿਆਣਾ ਕਮੇਟੀ ਤੇ ਅਕਾਲੀ ਦਲ ਤੋਂ ਖੋ ਕੇ ਬੀਜੇਪੀ ਨੇ ਕਬਜ਼ਾ ਕੀਤਾ, ਲੇਕਿਨ ਢਾਂਡਾ ਸਾਹਿਬ ਬੀਜੇਪੀ ਦੇ ਖਿਲਾਫ ਨਹੀਂ ਬੋਲੇ। ਇੱਥੋਂ ਪਤਾ ਲੱਗਦਾ ਇਹਨਾਂ ਦਾ ਐਲੀਗੇਸ਼ਨ, ਇਹਨਾਂ ਦੇ ਅੰਦਰ ਕਿੰਨੀ ਅੰਡਰਸਟੈਂਡਿੰਗ ਹੈ। ਦੂਜੀ ਗੱਲ, ਡਿਪਲੋਮੈਸੀ ਸੂਬੇ ਦੀ ਸੈਂਟਰ ਦੀ ਡਿਪਲੋਮੈਸੀ ਨਹੀਂ ਹੁੰਦੀ, ਡਿਪਲੋਮੈਸੀ ਕੰਟਰੀ ਟੂ ਕੰਟਰੀ ਹੁੰਦੀ ਆ। ਅਸੀਂ ਸਾਰੇ ਇੱਕੋ ਹੀ ਸੰਵਿਧਾਨ ਨਾਲ ਬੱਝੇ ਆ, ਸੂਬੇ ਔਰ ਸੈਂਟਰ ਇੱਕ ਦੂਜੇ ਦੇ ਪ੍ਰਤੀ ਜਵਾਬਦੇਹ ਆ। ਤੀਜੀ ਗੱਲ ਇਹ ਆ ਵੀ ਜੇ ਇਹ ਕਹਿੰਦਾ ਸਜ਼ਾ ਹੀ ਨਹੀਂ ਹੋਊਗੀ, ਬੰਦੇ ਦੀ ਹਿੰਮਤ ਤੇ ਵੱਧਦੀ ਹੈ ਨਾ। ਬੰਦਾ ਕਹਿੰਦਾ ਵੱਧ ਤੋਂ ਵੱਧ ਕੀ ਆ, 2-3 ਸਾਲ ਅੰਦਰ ਲਾ ਲੂਗਾ, ਕਰ ਲੋ, ਕਿਉਂਕਿ ਇਹਦੇ ਪਿੱਛੇ ਬਹੁਤ ਵੱਡੀਆਂ ਤਾਕਤਾਂ ਸਾਜ਼ਿਸ਼ ਰਚ ਰਹੀਆਂ ਜਿਹੜੀਆਂ ਚਾਹੁੰਦੀਆਂ ਪੰਜਾਬ 'ਚ ਡਿਸਟਰਬੈਂਸ ਹੁੰਦੀ ਰਹੇ, ਪੰਜਾਬ 'ਚ ਭਾਈਚਾਰਾ ਲੜਦਾ ਰਹੇ। ਔਰ ਇਹ ਬੀਜੇਪੀ ਦੀ ਨੀਅਤ ਸਾਫ਼ ਹੋ ਗਈ, ਸਪਸ਼ਟ ਹੋ ਗਈ ਕਿ ਇਹ ਨਹੀਂ ਚਾਹੁੰਦੇ ਵੀ ਬੇਅਦਬੀ ਵਾਲਿਆਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ। ਇਹ ਸਪਸ਼ਟ ਕਰਤਾ ਇਹਨਾਂ ਦੀ ਚਿੱਠੀ ਨੇ। ਲੇਕਿਨ ਅਸੀਂ ਚਾਹੁੰਦੇ ਆ ਬੇਅਦਬੀ ਤੋਂ ਵੱਧ ਸਜ਼ਾ ਹੋਵੇ, ਕਾਨੂੰਨ ਆਪਣਾ ਕੰਮ ਕਰੇ, ਔਰ ਮਾਨ ਸਾਹਿਬ ਦੀ ਸਰਕਾਰ ਬੇਅਦਬੀ ਕਰਨ ਵਾਲਿਆਂ ਨੂੰ ਬਚਾਊਗੀ ਨਹੀਂ, ਜਿਸ ਤਰ੍ਹਾਂ ਕਿ ਅਤੀਤ 'ਚ ਹੁੰਦਾ ਹੈ। ਠੀਕ ਹੈ ਸਰ, ਮੈਂ ਵਿਚਾਲੇ ਤੁਹਾਨੂੰ ਰੋਕ ਰਿਹਾ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਚਰਚਾ ਦੇ ਵਿੱਚ ਸ਼ਾਮਲ ਹੋਣ ਦੇ ਲਈ। ਮੁੱਦਾ ਜਿਵੇਂ ਆਪਾਂ ਸ਼ੁਰੂਆਤ ਕੀਤੀ ਕਿ ਬਹੁਤ ਗੰਭੀਰ ਹੈ ਔਰ ਇਸ ਦੇ ਉੱਤੇ ਚਰਚਾ ਹੋਣੀ ਜ਼ਰੂਰੀ ਵੀ, ਔਰ ਇਸ ਕਰਕੇ ਚਰਚਾ ਕੀਤੀ ਵੀ ਅਸੀਂ। ਪਰ ਢਾਂਡਾ ਸਾਹਿਬ ਨੇ ਵੀ ਇੱਕ ਅਹਿਮ ਪੁਆਇੰਟ ਚੁੱਕਿਆ ਜਿਸ ਦਾ ਜ਼ਿਕਰ ਹੋਣਾ ਜ਼ਰੂਰੀ ਹੈ ਕਿ ਬਾਕੀ ਜੋ ਬੇਅਦਬੀ ਕਰਦੇ ਨੇ ਉਹ ਮਰ ਕਿਉਂ ਜਾਂਦੇ ਨੇ ਜਾਂ ਮਾਰ ਕਿਉਂ ਦਿੱਤੇ ਜਾਂਦੇ ਨੇ। ਤੁਸੀਂ ਯਾਦ ਕਰੋ, ਸਿੰਘੂ ਬਾਰਡਰ ਦੇ ਉੱਤੇ ਹੱਥ ਪੈਰ ਵੱਢ ਦਿੱਤੇ ਗਏ ਸ਼ਖਸ ਦੀ ਮੌਤ, ਦਰਬਾਰ ਸਾਹਿਬ ਦੇ ਵਿੱਚ ਅੰਦਰ ਜਾਣ ਦੀ ਕੋਸ਼ਿਸ਼ ਕਰਦਾ ਹੈ, ਉੱਥੇ ਉਸ ਦੀ ਮੌਤ, ਮੁਰਿੰਡਾ ਵਾਲੇ ਕੇਸ ਦੇ ਵਿੱਚ ਜਿਸ ਸ਼ਖਸ ਦੇ ਉੱਤੇ ਇਲਜ਼ਾਮ ਲੱਗੇ ਫੜ ਲਿਆ ਗਿਆ, ਥਾਣੇ ਲੈ ਗਏ, ਪੁਲਿਸ ਜੇਲ੍ਹ 'ਚ ਲੈ ਗਈ, ਮੌਤ। ਇਸੇ ਤਰੀਕੇ ਨਾਲ ਹੋਰ ਘਟਨਾਵਾਂ ਦੇ ਵਿੱਚ ਮੌਤ ਹੋਈ ਹੈ। ਜਾਂ ਫਿਰ ਜੋ ਪਟਿਆਲਾ ਦੇ ਵਿੱਚ ਹੋਇਆ ਸੀ, ਉਹ ਮਹਿਲਾ ਜਿਹੜੀ ਗੁਰੂ ਘਰ ਦੇ ਵਿੱਚ ਜਾ ਕੇ ਸਰੋਵਰ ਦੇ ਨੇੜੇ ਸ਼ਰਾਬ ਪੀ ਰਹੀ ਸੀ, ਉਸ ਦੀ ਵੀ ਮੌਤ। ਕਿ ਬਾਕੀ ਇਹ ਸਾਰਾ ਕੁਝ ਇੰਨਾ ਸੌਖਾ ਹੈ ਜਿੰਨਾ ਆਪਾਂ ਨੂੰ ਦਿਖ ਰਿਹਾ ਹੈ, ਸਮਝ ਆ ਰਿਹਾ ਸਿਰਫ ਇੱਥੇ ਤੱਕ ਸੀਮਿਤ ਹੈ, ਜਾਂ ਪਿੱਛੇ ਬਹੁਤ ਵੱਡੀ ਕੋਈ ਕਹਾਣੀ ਹੈ ਕਿ ਜਿਹੜੇ ਇਹ ਲੋਕ ਆਉਂਦੇ ਨੇ, ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੰਦੇ ਨੇ, ਮੌਤ ਇਹਨਾਂ ਦੀ ਹੋ ਜਾਂਦੀ ਹੈ ਤੇ ਗੱਲ ਫਿਰ ਅੱਗੇ ਵੱਧ ਨਹੀਂ ਪਾਉਂਦੀ, ਪਤਾ ਨਹੀਂ ਲੱਗ ਪਾਉਂਦਾ ਕਿ ਆਖਿਰ ਆਏ ਕਿੱਥੋਂ, ਕਿਉਂ ਆਏ ਸੀ, ਇਹਨਾਂ ਦਾ ਮੰਤਵ ਕੀ ਸੀ। ਪਰ ਉਮੀਦ ਕਰਦੇ ਹਾਂ ਕਿ ਕਾਨੂੰਨ ਵਾਲਾ ਜਿਹੜਾ ਇੱਕ ਜ਼ਿਕਰ ਹੋ ਰਿਹਾ, ਜੋ ਦਰਕਾਰ ਮਹਿਸੂਸ ਹੋ ਰਹੀ ਹੈ ਸਖਤ ਕਾਨੂੰਨ ਦੀ, ਉਸ ਦੇ ਉੱਤੇ ਵੀ ਸਟੇਟ ਤੋਂ ਲੈ ਕੇ ਸੈਂਟਰ ਤੱਕ ਆਪਸ 'ਚ ਗੱਲਬਾਤ ਕਰਕੇ ਜਲਦ ਕੋਈ ਹੱਲ ਕੱਢਣਗੇ। ਪ੍ਰਾਈਮ ਟਾਈਮ 'ਚ ਅੱਜ ਦੇ ਲਈ ਇੰਨਾ।